मैं हाँ बलिंदर सिंह गुरबानी ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ। ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਗਏ 3 ਆਰਡੀਨੈਂਸਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਮੋਰਚਾ ਖੋਲ੍ਹਿਆ ਹੋਇਆ ਅਤੇ ਫਿਰ ਲਗਾਤਾਰ ਕਿਸਾਨ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਨੇ। ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਹਨਾਂ ਆਰਡੀਨੈਂਸਾਂ ਨੂੰ ਬਦਲਣ ਲਈ 3 ਬਿੱਲ ਪੇਸ਼ ਕੀਤੇ ਸਨ। ਲੋਕ ਸਭਾ ਵਿੱਚ ਇਹ ਤਿੰਨੇ ਬਿੱਲ ਪਾਸ ਵੀ ਕਰ ਦਿੱਤੇ ਗਏ। ਅਜਿਹੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਦੀ ਵਜ਼ੀਰੀ ਛੱਡ ਦਿੱਤੀ ਹੈ। ਬੇਸ਼ੱਕ ਹਰਸਿਮਰਤ ਕੌਰ ਬਾਦਲ ਨੇ ਕੁਰਸੀ ਵਾਰ ਦਿੱਤੀ, ਪਰ ਵਿਰੋਧੀ ਤਰ੍ਹਾਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਅਤੇ ਸਿਰਫ ਡਰਾਮਾ ਕਰਾਰ ਦੇ ਰਹੀਆਂ ਨੇ। ਅੱਗੇ ਵਧੀਏ, ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਰ ਇਹ ਬਿੱਲ ਕਹਿੰਦੇ ਕੀ ਨੇ। ਯਾਨੀ ਕਿ ਬਿੱਲ ਨੰਬਰ 1 ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ। ਇਸ ਬਿੱਲ ਵਿੱਚ ਦੱਸਿਆ ਗਿਆ ਕਿ ਅਜਿਹਾ ਇਕੋਸਿਸਟਮ ਬਣੇਗਾ ਜਿੱਥੇ ਕਿਸਾਨ ਮਨਚਾਹੀ ਥਾਂ ਤੇ ਫਸਲ ਵੇਚ ਸਕਣਗੇ। ਇੰਟਰਸਟੇਟ ਅਤੇ ਫਿਰ ਇੰਟਰਾਸਟੇਟ ਵਪਾਰ ਬਿਨਾਂ ਕਿਸੇ ਅੜਚਣ ਕੀਤਾ ਜਾ ਸਕੇਗਾ। ਇਲੈਕਟ੍ਰੋਨਿਕ ਟ੍ਰੇਡਿੰਗ ਤੋਂ ਵੀ ਆਪਣੀ ਫਸਲ ਵੇਚ ਸਕਣਗੇ ਕਿਸਾਨ ਅਤੇ ਨਾਲ ਹੀ ਕਿਸਾਨਾਂ ਦੀ ਮਾਰਕੀਟਿੰਗ ਲਾਗਤ ਵੇਚੇਗੀ। ਕਿਹੜੇ ਇਲਾਕਿਆਂ ਵਿੱਚ ਕਿਸਾਨਾਂ ਕੋਲ ਵਾਧੂ ਫਸਲ ਹੈ ਉਹਨਾਂ ਸੂਬਿਆਂ ਵਿੱਚ ਉਹਨਾਂ ਨੂੰ ਚੰਗੀ ਕੀਮਤ ਮਿਲੇਗੀ। ਇਸੇ ਤਰ੍ਹਾਂ ਜਿਹੜੇ ਸੂਬਿਆਂ ਵਿੱਚ ਘਾਟ ਹੈ ਉੱਥੇ ਉਹਨਾਂ ਨੂੰ ਘੱਟ ਕੀਮਤ ਵਿੱਚ ਚੀਜ਼ ਮਿਲੇਗੀ। ਬਿੱਲ ਨੰਬਰ 2 ਤੇ ਆਉਂਦੇ ਹਾਂ ਹੁਣ। ਬਿੱਲ ਨੰਬਰ 2 ਕਹਿੰਦਾ ਹੈ ਦ ਫਾਰਮਰਸ ਐਗਰੀਮੈਂਟ ਆਫ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਬਿੱਲ 2020। ਜੀ ਹਾਂ, ਇਸ 2 ਨੰਬਰ ਬਿੱਲ ਵਿੱਚ ਦੱਸਿਆ ਗਿਆ ਕਿ ਖੇਤੀ ਵਿੱਚ ਜੁੜਿਆ ਰਿਸਕ ਕਿਸਾਨਾਂ ਦਾ ਨਹੀਂ ਸਗੋਂ ਉਹਨਾਂ ਨਾਲ ਐਗਰੀਮੈਂਟ ਕਰੇਗਾ ਉਹਨਾਂ ਦਾ ਹੋਏਗਾ। ਕੰਟਰੈਕਟ ਫਾਰਮਿੰਗ ਨੂੰ ਨੈਸ਼ਨਲ ਫਰੇਮਵਰਕ ਮਿਲੇਗਾ। ਕਿਸਾਨ ਐਗਰੀ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਤੋਂ ਐਗਰੀਮੈਂਟ ਕਰਕੇ ਤੈਅ ਕੀਮਤ ਤੇ ਉਹਨਾਂ ਨੂੰ ਫਸਲ ਵੇਚ ਸਕਣਗੇ। ਮਾਰਕੀਟਿੰਗ ਦੀ ਲਾਗਤ ਬਚੇਗੀ, ਦਲਾਲ ਖਤਮ ਹੋਣਗੇ, ਯਾਨੀ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦਿੱਤਾ ਜਾਏਗਾ। ਗੱਲ ਕਰੀਏ ਬਿੱਲ ਨੰਬਰ 3 ਦੀ ਤਾਂ ਜ਼ਰੂਰੀ ਵਸਤਾਂ ਬਾਰੇ ਇਹ ਬਿੱਲ ਹੈ, ਬਿੱਲ ਨੰਬਰ 3। ਅਤੇ ਫਿਰ ਇਸ ਬਿੱਲ ਦੀ ਮੰਨੀਏ ਤਾਂ ਕੋਲਡ ਸਟੋਰੇਜ ਅਤੇ ਫਿਰ ਫੂਡ ਸਪਲਾਈ ਚੇਨ ਦੇ ਆਧੁਨਿਕੀਕਰਨ ਵਿੱਚ ਕਿਸਾਨਾਂ ਨੂੰ ਮਦਦ ਮਿਲੇਗੀ। ਕਿਸਾਨਾਂ ਦੇ ਨਾਲ ਹੀ ਖਪਤਕਾਰਾਂ ਵਿੱਚ ਵੀ ਕੀਮਤਾਂ ਦੀ ਸਥਿਰਤਾ ਬਣਾਈ ਰੱਖਣ ਵਿੱਚ ਇਹ ਬਿੱਲ ਮਦਦ ਪ੍ਰਦਾਨ ਕਰੇਗਾ। ਉਤਪਾਦਨ, ਸਟੋਰੇਜ, ਮੂਵਮੈਂਟ ਅਤੇ ਫਿਰ ਵੰਡ ਤੇ ਸਰਕਾਰ ਦਾ ਕੰਟਰੋਲ ਖਤਮ ਹੋ ਜਾਏਗਾ। ਪਰ ਦੂਜੇ ਪਾਸੇ ਜੰਗ, ਕੁਦਰਤੀ ਆਫਤ, ਅਸਾਧਾਰਨ ਮਹਿੰਗਾਈ ਦੇ ਹਾਲਾਤਾਂ ਵਿੱਚ ਹੀ ਸਰਕਾਰ ਕੰਟਰੋਲ ਆਪਣੇ ਹੱਥਾਂ ਵਿੱਚ ਲਏਗੀ। ਪਰ ਇਹਨਾਂ ਬਿੱਲਾਂ ਨੂੰ ਪਾਸ ਕਰਨ ਤੋਂ ਬਾਅਦ ਜੋ ਘਮਾਸਾਨ ਅੱਜ ਭਾਰਤ ਦੀਆਂ ਸੜਕਾਂ ਤੇ ਵਿਖਾਈ ਦੇ ਰਿਹਾ ਹੈ ਉਸ ਦੀ ਗੂੰਜ ਵਿਦੇਸ਼ਾਂ ਤੱਕ ਵੀ ਜਾ ਪਹੁੰਚੀ ਹੈ। ਜੀ ਹਾਂ, ਅਸੀਂ ਆਪਣੇ ਇਸ ਨਜ਼ਰੀਆ ਪ੍ਰੋਗਰਾਮ ਦੇ ਜ਼ਰੀਏ ਪਹਿਲਾਂ ਵੀ ਕਿਸਾਨਾਂ ਦੀ ਗੱਲ ਕਰ ਚੁੱਕੇ ਹਾਂ। ਉਸ ਸਮੇਂ ਅਸੀਂ ਪਾਰਟੀਆਂ ਦਾ ਨਜ਼ਰੀਆ ਜਾਣਿਆ ਸੀ, ਵੱਖ-ਵੱਖ ਜਿਹੜੇ ਨੇਤਾ ਨੇ ਉਹ ਕੀ ਕਹਿੰਦੇ ਨੇ ਕਿਸਾਨਾਂ ਬਾਰੇ ਉਹ ਅਸੀਂ ਤੁਹਾਨੂੰ ਦੱਸਿਆ ਸੀ। ਪਰ ਅੱਜ ਵਾਰੀ ਹੈ ਲੋਕਾਂ ਦਾ ਨਜ਼ਰੀਆ ਜਾਣਨ ਦੀ। ਪ੍ਰਵਾਸੀ ਭਾਰਤੀ ਆਪਣੇ ਪੰਜਾਬ ਬਾਰੇ, ਆਪਣੇ ਭਾਰਤ ਦੇ ਕਿਸਾਨਾਂ ਬਾਰੇ ਕੀ ਰਾਏ ਰੱਖਦੇ ਨੇ ਅਤੇ ਨਾਲ ਹੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਸਰਕਾਰ ਦੀ ਸੋਚ ਨੂੰ ਕਿਸ ਤਰ੍ਹਾਂ ਨਾਲ ਵੇਖਦੇ ਨੇ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਖਾਸ ਮਹਿਮਾਨ ਮੌਜੂਦ ਨੇ। ਇੱਕ ਹੀ ਕਰਕੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਅਸੀਂ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਦਿੱਲੀ ਤੋਂ VM ਸਿੰਘ ਜੀ, ਜੋ ਕਿ ਕਨਵੀਨਰ ਨੇ AIKSCC ਦੇ। ਬਹੁਤ ਬਹੁਤ ਸਵਾਗਤ ਹੈ ਸਿੰਘ ਸਾਹਿਬ ਤੁਹਾਡਾ। ਇਸ ਤੋਂ ਇਲਾਵਾ ਸਾਡੇ ਨਾਲ ਨਿਊਯਾਰਕ ਤੋਂ ਜੁੜੇ ਹੋਏ ਨੇ ਸਰਦਾਰ ਦਵਿੰਦਰ ਸਿੰਘ ਬੋਪਰਾਏ ਜੀ, ਜੋ ਕਿ ਪ੍ਰੈਜ਼ੀਡੈਂਟ ਨੇ ਸਿੱਖ ਕਲਚਰ ਸੁਸਾਇਟੀ ਦੇ। ਬੋਪਰਾਏ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਇਸ ਤੋਂ ਇਲਾਵਾ ਸਾਡੇ ਤੀਜੇ ਅੱਜ ਖਾਸ ਮਹਿਮਾਨ ਨੇ ਜਸਵੰਤ ਸਿੰਘ ਸ਼ਾਟ ਸਾਹਿਬ, ਜੋ ਕਿ ਸੋਸ਼ਲ ਐਕਟਿਵਿਸਟ ਨੇ, ਸਟਾਕਟਨ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜਸਵੰਤ ਸਿੰਘ ਜੀ, ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਹੈ। ਹੁਣ ਜੇਕਰ ਗੱਲ ਕਰੀਏ ਵੱਖ-ਵੱਖ ਅਸੀਂ ਸਵਾਲਾਂ ਦੀ, ਤਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ। ਸਭ ਤੋਂ ਪਹਿਲਾਂ VM ਸਿੰਘ ਜੀ, ਮੈਂ ਤੁਹਾਡੇ ਕੋਲ ਆਣਾ। ਭਾਰਤ ਵਿੱਚ ਇਸ ਸਮੇਂ ਇੱਕੋ ਚਰਚਾ ਹੈ ਜਿਹੜੇ ਕਿ ਇਹ ਖੇਤੀ ਸੰਬੰਧੀ ਬਿੱਲ ਲਿਆਂਦੇ ਗਏ ਨੇ, ਉਹਨਾਂ ਦਾ ਭਵਿੱਖ ਕੀ ਹੈ? ਕਿਉਂਕਿ ਇੱਕ ਪਾਸੇ ਜਿੱਥੇ ਕੇਂਦਰ ਸਰਕਾਰ ਹੈ ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪਾਰਟੀ ਹੈ, ਪਰ ਸੂਬੇ ਵਿੱਚ ਉਸਦਾ ਦਬਦਬਾ ਜਿਹੜਾ ਹੈਗਾ ਮਹਿਸੂਸ ਕੀਤਾ ਜਾ ਸਕਦਾ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਸੋ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਤਾਂ ਕਿਸਾਨਾਂ ਦੇ ਦਰਦ ਨੂੰ ਬਖੂਬੀ ਸਮਝਦੇ ਨੇ, ਇਸ ਲਈ ਸਾਰਾ ਕੁਝ ਇਹ ਕੀਤਾ ਗਿਆ ਹੈ। ਜਿਹੜੇ 3 ਆਰਡੀਨੈਂਸ ਲਿਆਂਦੇ ਗਏ ਨੇ ਇਸ ਲਈ ਲਿਆਂਦੇ ਗਏ ਨੇ। ਕਿਸਾਨਾਂ ਦੇ ਕੋਲ ਪਹਿਲਾਂ ਮੰਡੀਆਂ ਵਿੱਚ ਬਹੁਤ ਘੱਟ ਵਿਖਾਈ ਦਿੰਦੇ ਸਨ ਗਾਹਕ ਜੋ ਉਹਨਾਂ ਦੀ ਜਿਣਸ ਨੂੰ ਖਰੀਦਦੇ ਸਨ, ਅਤੇ ਹੁਣ ਉਹਨਾਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਸੀ ਅਤੇ ਉਸ ਨੂੰ ਬੰਦ ਕਰਨ ਲਈ ਹੀ ਇਹ ਬਿੱਲ ਲਿਆਂਦੇ ਗਏ ਨੇ। ਅਜਿਹਾ ਸਰਕਾਰ ਦਾ ਮੰਨਣਾ ਹੈ। ਜਿਸ ਨਾਲ ਮੰਡੀਆਂ ਵੀ ਚਲਦੀਆਂ ਰਹਿਣਗੀਆਂ, MSP ਵੀ ਉਸੇ ਤਰ੍ਹਾਂ ਬਰਕਰਾਰ ਰਹੇਗੀ, ਪਰ ਉਸ ਦੇ ਨਾਲ ਮੰਡੀਆਂ ਤੋਂ ਬਾਹਰ ਦੀ ਜਿਹੜੀ ਖਰੀਦੋ ਫਰੋਖਤ ਹੈ ਉਸ ਦੇ ਰਾਹ ਜ਼ਰੂਰ ਖੋਲ ਦਿੱਤੇ ਗਏ ਨੇ। ਯਾਨੀ ਹੁਣ ਕਿਸਾਨ ਆਪਣੀ ਫਸਲ ਜਿੱਥੇ ਚਾਹੇ ਉੱਥੇ ਵੇਚ ਸਕਦਾ ਹੈ, ਇੱਥੋਂ ਤੱਕ ਕਿ ਜਿਸ ਮਰਜ਼ੀ ਕੀਮਤ ਤੇ ਵੇਚ ਸਕਦਾ ਹੈ। ਉਸ ਤੇ ਸਰਕਾਰ ਨੂੰ ਕੋਈ ਇਤਰਾਜ਼ ਵੀ ਨਹੀਂ ਹੈ। ਪਰ ਆਖਰ ਕਿਸਾਨਾਂ ਦੀ ਇਸ ਬਾਬਤ ਸੋਚ ਕੀ ਹੈ? ਕਿਉਂ ਆਖਰ ਕਿਸਾਨ ਸੰਘਰਸ਼ ਕਰਨ ਦੀ ਰਾਹ ਤੇ ਤੁਰੇ ਹੋਏ ਨੇ? VM ਸਿੰਘ ਜੀ, ਪਹਿਲੀ ਚੀਜ਼ ਤਾਂ ਸਮਝੋ, ਇਹ ਮੋਦੀ ਸਰਕਾਰ ਜਦ ਆਈ ਸੀਗੀ 2014 ਦੇ ਵਿੱਚ, ਉਹਨੇ ਇੱਕ ਵਾਅਦਾ ਕੀਤਾ ਸੀ ਦੇਸ਼ ਦੇ ਕਿਸਾਨਾਂ ਨਾਲ ਕਿ ਕਾਂਗਰਸ ਨੇ ਤੁਹਾਨੂੰ ਸਮਰਥਨ ਮੁੱਲ ਜਿਹੜਾ ਹੈਗਾ MSP ਜਿਹੜੀ ਹੈਗੀ ਹੈ C2 ਤੇ 50% ਨਹੀਂ ਦਿੱਤਾ ਹੈਗਾ, ਜਿਹੜਾ ਕਿ ਸਵਾਮੀਨਾਥਨ ਕਮਿਸ਼ਨ ਨੇ ਕਿਹਾ ਸੀਗਾ।
ਮੈਂ ਤੁਹਾਨੂੰ ਦਵਾਂਗਾ C2 50% ਦੇ ਨਾਲ ਅੱਜ ਕਣਕ ਦਾ ਰੇਟ ਕਰੀਬ 2500 ਹੁੰਦਾ, ਝੋਨੇ ਦਾ ਰੇਟ ਕਰੀਬ 2500 ਹੁੰਦਾ ਹੈਗਾ। ਪਰ ਉਹਨਾਂ ਨੇ ਕੀ ਕੀਤਾ, ਆਉਣ ਦੇ ਬਾਅਦ 2015 ਵਿੱਚ ਹਲਫਨਾਮਾ ਦਿੱਤਾ ਸੁਪਰੀਮ ਕੋਰਟ ਕਿ ਮੈਂ ਨਹੀਂ ਦੇ ਸਕਦਾ। ਉਹਦੇ ਬਾਅਦ 2 ਸਾਲ ਬਾਅਦ ਉਹਨਾਂ ਨੇ ਜਦ ਐਜੀਟੇਸ਼ਨ ਹੋਏ, ਕਾਫੀ ਐਜੀਟੇਸ਼ਨ ਹੋਏ, ਉਹਨਾਂ ਨੇ ਫਿਰ ਕਿਹਾ ਕਿ ਨਹੀਂ ਮੈਂ ਤਾਂ ਤੁਹਾਨੂੰ 50% ਵਾਧੂ ਦੇ ਰਿਹਾ ਹੈਗਾ। ਉਹਨਾਂ ਨੇ ਕਿਹਾ ਕਿ ਝੋਨੇ ਦਾ ਰੇਟ ਮੈਂ 200 ਰੁਪਏ ਵਧਾ ਰਿਹਾ ਇੱਕ ਕੁਇੰਟਲ ਦਾ। ਉਹਨਾਂ ਨੇ ਕੀ ਕੀਤਾ, A2+FL ਫੈਮਿਲੀ ਲੇਬਰ ਜਿਹੜਾ ਮਨਮੋਹਨ ਸਿੰਘ ਸਰਕਾਰ ਨੇ 2008-9 ਨੂੰ ਵਧਾਇਆ ਸੀਗਾ ਤੇ ਕਣਕ ਦਾ ਰੇਟ 200 ਰੁਪਏ ਕੁਇੰਟਲ ਵਧਾਇਆ ਸੀ 2008-9 ਵਿੱਚ, ਉਹੀ ਖਰੀਫ ਵਿੱਚ ਲਾਗੂ ਕਰ ਦਿੱਤਾ। ਅਸੀਂ ਕਿਹਾ ਇਹ ਤਾਂ ਗਲਤ ਹੈਗਾ, ਪਰ ਉਹ ਅੱਜ ਵੀ ਕਹਿੰਦੇ ਨੇ ਮੈਂ ਦੇ ਦਿੱਤਾ ਹੈਗਾ। ਤੇ ਅਸੀਂ ਵਿਸ਼ਵਾਸ ਕਿਸ ਤਰ੍ਹਾਂ ਕਰੀਏ ਉਹਨਾਂ ਤੇ? ਇਹ ਉਹਨਾਂ ਦਾ ਜਿਹੜਾ ਹੈ ਨਾ ਬੈਕਗ੍ਰਾਉਂਡ ਜ਼ਰੂਰੀ ਹੈਗਾ ਸਭ ਨੂੰ, ਕਿ ਜੇ ਬੈਕਗ੍ਰਾਉਂਡ ਨਹੀਂ ਪਤਾ ਹੋਏਗਾ ਤੇ ਕੰਮ ਨਹੀਂ ਚੱਲਣਾ ਬਿਲਕੁਲ। ਹੁਣ ਇਹ ਸੋਚਦੇ ਹੋਏ ਹੁਣ ਜਿਹੜੇ ਆਰਡੀਨੈਂਸ ਲੈ ਕੇ ਆਏ ਨੇ, ਹੁਣ ਜਿਹੜੇ ਬਿੱਲ ਕਨਵਰਟ ਹੋ ਗਏ ਨੇ, ਜਿਸ ਸ਼ਕਲ ਵਿੱਚ ਲੈ ਕੇ ਆਏ ਨੇ, मैं पॉलिटिकल ਇਹਦੇ ਅੰਦਰ ਬਿਲਕੁਲ ਨਹੀਂ ਆਣਾ ਚਾਹੁੰਦਾ, ਕਿਉਂਕਿ ਅਖਿਲ ਭਾਰਤੀ ਕਿਸਾਨ ਸੰਘਰਸ਼ ਸਮन्वय ਸਮਿਤੀ ਜਾਂ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਜਿਹੜੀ ਸਾਡੀ ਹੈ 250 ਇਹਦੇ ਅੰਦਰ ਸੰਗਠਨ ਨੇ। ਸਾਡੀ ਲੜਾਈ ਬੜੀ ਕਲੀਅਰ ਹੈ ਕਿ ਸਾਨੂੰ ਤੁਸੀਂ ਉਦਯੋਗਪਤੀ ਆ ਜਾਵੇ, APMC ਖਤਮ ਕਰ ਦੋ, ਜੋ ਤੁਸੀਂ ਚਾਹੇ ਖਤਮ ਕਰ ਦੋ, ਪਰ ਸਾਨੂੰ ਮਿਨੀਮਮ ਪ੍ਰਾਈਸ ਦਵੋ। ਗਾਰੰਟੀ ਮਿਨੀਮਮ ਪ੍ਰਾਈਸ MSP ਗਾਰੰਟੀ ਹੋਵੇ ਕਿ ਇਸ ਤੋਂ ਘੱਟ ਕੋਈ ਖਰੀਦੇਗਾ ਨਹੀਂ, ਖਰੀਦੇਗਾ ਤੇ ਅਪਰਾਧ ਮੰਨਿਆ ਜਾਏਗਾ ਤੇ ਸਰਕਾਰ ਇਹਦੀ ਖਰੀਦ ਕਰੇਗੀ। ਇਹਦੇ ਅੰਦਰ ਮੋਦੀ ਜੀ ਨੇ ਕਹਿਤਾ, ਮੈਂ ਕਹਿ ਰਿਹਾ ਹੋਏਗਾ, ਤੁਹਾਡੇ ਕਹਿਣ ਨਾਲ ਮੋਦੀ ਜੀ ਕੀ ਹੋ ਰਿਹਾ ਹੈ? ਅੱਜ ਦੇਖੋ ਨਾ, ਪਿੱਛੇ ਮੱਕਾ ਵਿਕਿਆ ਹੈਗਾ ਐਗਜ਼ੈਕਟਲੀ 3 ਮਹੀਨੇ ਪਹਿਲੇ, 2 ਮਹੀਨੇ ਪਹਿਲੇ ਪੰਜਾਬ ਦਾ ਵਿਕਿਆ, ਹਰਿਆਣਾ ਦਾ ਵਿਕਿਆ, ਮੱਧ ਪ੍ਰਦੇਸ਼ ਵਿਕਿਆ, ਬਿਹਾਰ ਦਾ ਵਿਕਿਆ 1760 ਰੁਪਏ ਉਹਦੀ MSP ਸੀਗੀ, ਵਿਕਿਆ 700 ਨੂੰ, 800 ਨੂੰ, 900 ਨੂੰ। ਉਸ ਵੇਲੇ ਤੁਸੀਂ ਖਰੀਦ ਕਿਉਂ ਨਹੀਂ ਕੀਤੀ? ਮਤਲਬ ਹੁਣ ਉਹ ਕਹਿੰਦੇ ਨੇ ਤੁਹਾਡੀਆਂ ਬੇੜੀਆਂ ਮੈਂ ਬਾਹਰ ਕਰ ਦਿੱਤੀਆਂ ਨੇ, ਜਿਹੜੇ ਤੁਹਾਡੇ ਪੈਰਾਂ ਦਾ ਬੇੜੀਆਂ ਸੀਗੀਆਂ ਉਹ ਖਤਮ ਹੋ ਗਈਆਂ ਨੇ। ਇਹ ਬੇੜੀਆਂ ਤਾਂ ਖਤਮ ਹੋ ਗਈਆਂ ਸੀ 5 ਜੂਨ ਨੂੰ, ਜੁਲਾਈ ਵਿੱਚ, ਅਗਸਤ ਵਿੱਚ ਕਿਸਾਨ ਨੇ ਕਿਉਂ ਨਹੀਂ ਵੇਚਿਆ ਬਾਹਰ ਜਾ ਕੇ? ਕਿਉਂਕਿ ਉਹਦੀ ਗੁੰਜਾਇਸ਼ ਨਹੀਂ ਹੁੰਦੀ। ਅੱਜ ਦੇਸ਼ ਦੇ ਅੰਦਰ ਮੈਕਸਿਮਮ ਕਿਸਾਨ 86% ਜਿਹੜੇ ਨੇ, ਉਹਨਾਂ ਦੀ ਜੋਤ ਜਿਹੜੀ ਹੈਗੀ ਹੈ 2.5 ਏਕੜ 3 ਏਕੜ 4 ਏਕੜ ਤੋਂ ਵੱਧ ਨਹੀਂ ਹੈਗੀ ਹੈ, ਉਹਦੀ ਹਿੰਮਤ ਹੀ ਨਹੀਂ ਬਾਹਰ ਜਾਣ ਦੀ। ਉਸ ਤਰ੍ਹਾਂ ਹੀ ਇਹ ਜੇ ਬੇੜੀਆਂ ਦੀ ਗੱਲ ਕਰਦੇ ਨੇ, ਅੱਜ ਪੂਰੇ ਦੇਸ਼ ਦਾ ਪਿਆਜ਼ ਮਹਾਰਾਸ਼ਟਰ ਤੋਂ ਆਂਦਾ 50-60 ਸਾਲਾਂ ਤੋਂ, ਜੇ ਬੇੜੀਆਂ ਹੁੰਦੀਆਂ ਕਿਸ ਤਰ੍ਹਾਂ ਆਂਦਾ? ਇਹਨਾਂ ਨੂੰ ਅਸੀਂ ਇਹੋ ਚੀਜ਼ ਕਹਿ ਰਹੇ ਹਾਂ, ਕੇਵਲ ਅਸੀਂ ਇਹੋ ਕਹਿ ਰਹੇ ਹਾਂ। ਹੁਣ ਪਰਸੋਂ ਵੀ ਜਿਹੜਾ ਸੰਗਠਨ ਜਿਹੜਾ ਪੂਰਾ ਮੋਰਚਾ ਖੋਲ ਰਹੇ ਆ, ਪੂਰਾ ਇਹੀ ਕਹਿ ਰਹੇ ਹਾਂ ਕਿ ਭਾਈ ਸਾਨੂੰ ਤੁਸੀਂ ਜੋ ਕਰਨਾ ਕਰੋ, ਮਿਨੀਮਮ ਸਪੋਰਟ ਸਾਨੂੰ ਦਵੋ। ਸਾਡਾ ਡੀਜ਼ਲ ਜਿਹੜਾ ਹੈਗਾ ਅਸੀਂ ਤੁਹਾਡੇ ਰੇਟ ਨਾਲ ਲੈਂਦੇ ਹਾਂ, ਖਾਦ ਤੁਹਾਡੇ ਰੇਟ ਨਾਲ ਲੈਂਦੇ ਹਾਂ, ਜਿਹੜਾ ਸਾਡੀ ਬਿਜਲੀ ਤੁਹਾਡੇ ਰੇਟ ਨਾਲ ਲੈਂਦੇ ਹਾਂ, ਕੀਟਨਾਸ਼ਕ ਤੁਹਾਡੇ ਰੇਟ ਨਾਲ ਲੈਂਦੇ ਹਾਂ, ਮਿਨੀਮਮ ਵੇਜਸ ਤੁਹਾਡੇ ਰੇਟ ਨਾਲ ਲੈਂਦੇ ਹਾਂ। ਤੇ ਉਹਦੇ ਹਿਸਾਬ ਨਾਲ ਜਿਹੜਾ ਸਾਡਾ ਮਿਨੀਮਮ ਬੰਦਾ ਹੈ ਉਹ ਸਾਨੂੰ ਲੈਣ ਦਿਓ। ਇਹ ਸਾਨੂੰ ਜਿਹੜਾ ਨਾ ਫੁੱਟਬਾਲ ਨਾ ਬਣਾਓ ਆਪੋਜੀਸ਼ਨ ਦੇ ਅੰਦਰ ਤੇ ਰੂਲਿੰਗ ਪਾਰਟੀ ਦੇ ਅੰਦਰ। ठीक है, दविंदर सिंह बोपरा साहब ਤੁਹਾਡੇ ਕੋਲ ਆਵਾਂਗਾ, ਕਿਉਂਕਿ ਮੈਂ ਜਾਣਨਾ ਚਾਹਾਂਗਾ ਕਿ ਆਖਰ ਪ੍ਰਵਾਸੀ ਭਾਰਤੀ ਪ੍ਰਵਾਸੀ ਜਿਹੜੇ ਪੰਜਾਬੀ ਉੱਥੇ ਜਾ ਕੇ ਵਸੇ ਹੋਏ ਨੇ, ਸਾਡੇ ਵੀਰ ਉੱਥੇ ਵਸੇ ਹੋਏ ਨੇ ਅਮਰੀਕਾ ਕੈਨੇਡਾ ਵਿੱਚ, ਉਹ ਕੀ ਰਾਏ ਰੱਖਦੇ ਨੇ? ਕਿਉਂਕਿ ਤੁਸੀਂ ਵੀ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਹੋ ਔਰ ਕਿਸਾਨੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਵੀ ਕਰਦੇ ਰਹੇ ਹੋ। ਅੱਜ ਜੋ ਕਿਸਾਨਾਂ ਦੀ ਦੁਰਦਸ਼ਾ ਇਸ ਸਮੇਂ ਅਸੀਂ ਦੇਖ ਰਹੇ ਹਾਂ, ਕਿਸਾਨ ਸੜਕਾਂ ਤੇ ਇਸ ਸਮੇਂ ਸੰਘਰਸ਼ ਕਰਦਾ ਦਿਖਾਈ ਦੇ ਰਿਹਾ ਹੈ, ਤੁਹਾਡਾ ਨਜ਼ਰੀਆ ਜਾਣਨਾ ਚਾਹਾਂਗੇ। ਚੜ੍ਹਦੀ ਕਲਾ ਟਾਈਮ TV ਦੇ ਸਮੂਹ ਦਰਸ਼ਕਾਂ ਤੇ ਸਮੂਹ ਮੈਂਬਰਸ ਤੇ ਮੇਰੇ ਵੀਰ ਜਿਹੜੇ ਅੱਜ ਲਾਈਨ ਤੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਤੇ ਪੰਜਾਬ ਨੂੰ ਬਿਲੋਂਗ ਕਰਦਾ। ਮੈਂ ਖੁਦ ਹੱਥੀਂ ਖੇਤੀ ਕੀਤੀ ਆ ਤੇ ਮੈਨੂੰ ਪਤਾ ਕਿ ਜਦੋਂ ਪਹਿਲਾਂ ਵੀ ਸਾਡੀ ਲੁੱਟ ਖਸੁੱਟ ਹੁੰਦੀ ਰਹੀ ਆ, ਜਦੋਂ ਕਿ ਸਾਡੇ ਤੇ ਕੁਝ ਨਾ ਕੁਝ ਆੜਤੀ ਸੀ, ਕੁਝ ਸਾਡੇ ਤੇ ਜਿੱਦਾਂ ਅੱਜ ਗੱਲ ਚੱਲਦੀ ਆ ਵਿਚੋਲੇ ਦੀ, ਵੀ ਵਿਚੋਲਾ ਮੋਦੀ ਸਾਹਿਬ ਕਹਿੰਦੇ ਵਿਚੋਲਾ ਨਹੀਂ ਵਿੱਚ ਹੋਣਾ ਚਾਹੀਦਾ। ਕਈਆਂ ਕੰਮਾਂ ਦੇ ਵਿੱਚ ਵਿਚੋਲਾ ਜ਼ਰੂਰੀ ਆ। ਜਿਸ ਤਰ੍ਹਾਂ ਮੇਰੇ ਹੁਣੇ ਭਾਈ ਸਾਹਿਬ ਕਹਿ ਕੇ ਗਏ ਆ ਕਿ ਜਿਹੜੀ ਪੰਜਾਬ ਦੀ ਜ਼ਮੀਨੀ ਆ, ਜਿਹੜੇ ਕਿਸਾਨਾਂ ਕੋਲ ਜ਼ਮੀਨ ਆ ਬਹੁਤ ਥੋੜ੍ਹੇ ਪੱਧਰ 'ਤੇ ਆ। ਮੈਂ ਐਵਰੇਜ ਕਹਿ ਸਕਦਾ ਕਿ ਮਤਲਬ ਐਵਰੇਜ ਅੱਜ ਦੇ ਦਿਨ 'ਚ 5 ਏਕੜ ਜ਼ਮੀਨ ਜਿਹੜੀ ਆ ਉਹ ਬਹੁਤ ਘੱਟ ਕਿਸਾਨ ਨੂੰ ਆਉਂਦੀ ਆ। ਅਤੇ ਕੀ ਇਹ ਸੋਚਦੇ ਆ ਕਿ 5 ਏਕੜ ਵਾਲਾ ਜਿਹੜਾ ਕੀ ਕਿੱਥੇ ਜਾ ਕੇ ਹਰਿਆਣੇ 'ਚ, ਦਿੱਲੀ 'ਚ, ਬਿਹਾਰ 'ਚ, ਯੂਪੀ 'ਚ, ਉੜੀਸਾ 'ਚ ਕਿੱਥੇ ਜਾ ਕੇ ਆਪਣੀ ਜਿੰਸ ਵੇਚ ਸਕਦਾ ਵਾ? ਮੈਨੂੰ ਉਹ ਵੀ ਸਮੇਂ ਚੇਤੇ ਨੇ ਕਿ ਜਦੋਂ ਮਤਲਬ ਸਾਡੀਆਂ ਜਿਹੜੀ ਜਿੰਸ ਸੀ ਮੰਡੀਆਂ ਦੇ ਵਿੱਚ ਕਿੰਨੀ ਦੇਰ ਰੁਲਦੀ ਸੀ, ਜਦੋਂ ਕਿ ਇੱਕ ਭਾਅ ਸੀ। ਪਰ ਉੱਥੇ ਅਸੀਂ ਉਦੋਂ ਆਪਣੀ ਆੜਤੀਆਂ ਕੋਲ ਤਾਂ ਖੜਦੇ ਸੀ ਕਿ ਸਾਡੇ ਭਾਅ ਵੱਜੇ ਸੀ। ਸਾਨੂੰ ਆਸ ਸੀ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ, ਕਿ ਇੰਨਾ ਰੇਟ ਸਾਨੂੰ ਘੱਟ ਤੋਂ ਘੱਟ ਵੱਜਾ ਵਾ। ਠੀਕ ਆ, ਕਿਤੇ ਉਹ ਕਣਕ ਮਾੜੀ ਆ, 5-7 2 ਰੁਪਈਆ ਘੱਟ ਮਿਲਦੀ ਆ, ਪਰ ਸਾਨੂੰ ਆਸ ਸੀ। ਅੱਜ ਜੇ ਸਾਡਾ ਕੋਈ ਬਾਇਰ ਨਹੀਂ ਗਾ ਹੈਗਾ,
ਜਦੋਂ ਸਾਡਾ ਬਾਹਰ ਨਹੀਂਗਾ ਕੋਈ ਤੇ ਸਾਡੀ ਕੀ ਹਾਲਤ ਹੋਏਗੀ। ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਬਾਕੀ ਜਿੱਥੋਂ ਤੱਕ ਮੋਦੀ ਸਰਕਾਰ ਦੀ ਗੱਲ ਆ, ਮੈਂ ਇਹ ਕਹਿਣਾ ਵਾ ਕਿ ਇਹਨਾਂ ਕੋ ਅਸੀਂ ਹੋਰ ਕਿੰਨੇ ਕੁ ਸਬਕ ਸਿੱਖਣੇ। ਪਿਛਲੇ ਸਮੇਂ ਦੇ ਵਿੱਚ ਇਹਨਾਂ ਸਾਡੇ ਨਾਲ ਕੀ ਕੀਤਾ। ਜੇ ਗੱਲ 2014 ਤੋਂ ਸ਼ੁਰੂ ਕਰਦੇ ਆ, ਜਦੋਂ ਤੋਂ ਵੀ ਇਹ ਬਾਜ਼ਾਰ ਦੇ ਵਿੱਚ ਆਏ ਨੇ, ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਾਂਗਾ। ਮੈਂ ਇੱਕ ਨੋਟਬੰਦੀ ਤੇ ਲੈ ਜਾਣਾ ਕਿ ਮੈਂ ਇੱਕ ਅਮਰੀਕਾ ਦੇ ਵਿੱਚ ਰਹਿਣਾ ਵਾਂ। ਅਮਰੀਕਾ 'ਚ ਮੈਂ ਸੰਨ 1984 ਤੋਂ ਰਹਿਣਾ। ਇਸੇ $10 ਦਾ ਨੋਟ ਚੇਂਜ ਹੋਇਆ, 20 ਦਾ ਹੋਇਆ, 50 ਦਾ ਹੋਇਆ, 100 ਦਾ ਹੋਇਆ। ਇਹ ਕੀ ਕਰਦੇ ਆ ਕਿ ਜਦੋਂ ਬਿੱਲ ਪੁਰਾਣੇ ਆ ਜਾਂਦੇ ਤੇ ਨਵੇਂ ਦਿੰਦੇ ਆ। $100 ਦਾ ਬਿੱਲ ਜਿਹੜਾ ਵਾ ਆਲਮੋਸਟ 1984 ਤੋਂ ਲੈ ਕੇ ਹੁਣ ਤੱਕ 4 ਵਾਰ ਚੇਂਜ ਹੋ ਚੁੱਕਾ। ਇੱਥੇ ਨਹੀਂ ਕੋਈ ਨੋਟਬੰਦੀ ਚੱਲੀ। ਇਹ ਸਿਰਫ ਤੇ ਸਿਰਫ ਇੱਕ ਛੋਟੇ ਲੋਕਾਂ ਨੂੰ ਮਾਰਨ ਵਾਸਤੇ ਇਹਨਾਂ ਨੇ ਇੱਕ ਪਾਲਸੀਆਂ ਬਣਾਈਆਂ ਕਿ ਜਿਹੜਾ ਜ਼ਿਮੀਂਦਾਰ ਆ ਉਹਨੂੰ ਕਿਸ ਤਰ੍ਹਾਂ ਮਾਰਿਆ ਜਾ ਸਕਦਾ। ਜੇ ਇਹਨਾਂ ਕੰਮ ਸ਼ੁਰੂ ਕਰਨਾ ਹੀ ਸੀ, ਹਰ ਬੰਦਾ ਚਾਹੁੰਦਾ ਵਾ ਕਿ ਮੈਂ ਪਹਿਲ ਆਪਣੇ ਘਰ ਤੋਂ ਕਰਾਂ, ਤੇ ਕਿਉਂ ਨਹੀਂ ਮੋਦੀ ਸਾਹਿਬ ਨੇ ਗੁਜਰਾਤ ਤੋਂ ਸ਼ੁਰੂ ਕੀਤੀ। ਉੱਥੇ ਇੱਕ ਐਕਸਪੀਰੀਅੰਸ ਲੈਂਦੇ 5-7 ਸਾਲ ਦੀ ਇਹ ਉਹਨੂੰ ਉੱਥੇ ਟ੍ਰੇਨਿੰਗ ਕਰਦੇ, ਵੇਂਦੇ ਵੀ ਇਹਦੀ ਕੀ ਆਊਟਪੁੱਟ ਆ, ਤੇ ਉਹਦੇ ਤੋਂ ਬਾਅਦ ਜ਼ਰੂਰ ਇਹ ਜਿਹੜਾ ਸੀ ਇਹ ਮਤਲਬ ਦੂਜੀਆਂ ਸਟੇਟਾਂ ਦੇ ਵਿੱਚ ਲਾ ਕਰਦੇ। ਅੱਜ ਆਪਾਂ ਜੇ ਯੂਪੀ 'ਚ ਜਾਂਦੇ ਹਾਂ, ਬਿਹਾਰ 'ਚ ਜਾਂਦੇ ਹਾਂ, ਉੱਥੇ MSP ਹੈ ਨਹੀਂਗਾ। ਰੀਜ਼ਨ ਸਾਨੂੰ ਤਾਂ ਉਹ ਲੋਕ ਜਿਹੜੇ ਆ ਉਹ ਵੀ 5-5, 7-7 ਕਿੱਲੇ ਦੇ ਮਾਲਕ ਹੈਗੇ ਆ, ਪਰ ਉਹਨਾਂ ਦਾ ਬਾਹਰ ਕੋਈ ਨਹੀਂਗਾ। ਉਹ ਇੱਥੇ ਆ ਕੇ ਦਿਹਾੜੀਆਂ ਕਰਦੇ ਆ। ਇਹਨਾਂ ਚੀਜ਼ਾਂ ਨੂੰ ਬੜੀ ਸਮਝਣ ਦੀ ਲੋੜ ਆ, ਕਿਉਂਕਿ ਇਹ ਜਿਹੜੀਆਂ ਪਾਲਸੀਆਂ ਸਾਨੂੰ ਮੋਦੀ ਸਰਕਾਰ ਦਿੰਦੀ ਆ ਸਾਡੀਆਂ ਲੋਕਲ ਗੌਰਮੈਂਟਾਂ ਦੇ ਥਰੂ, ਸਾਨੂੰ ਇਹ ਵੀ ਸੋਚਣਾ ਪਊਗਾ ਕਿ ਜਿਹੜੀਆਂ ਸਾਡੀਆਂ ਲੋਕਲ ਗੌਰਮੈਂਟਾਂ ਵਾ ਉਹ ਕਿਉਂ ਨਹੀਂ ਇਸ ਚੀਜ਼ ਬਾਰੇ ਸੋਚਦੀਆਂ। ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਸੈਂਟਰ ਗੌਰਮੈਂਟ ਦੇ ਵਿੱਚ ਭੇਜਦੇ ਆ, ਸਰਕਾਰ ਬਣਾ ਕੇ ਭੇਜਦੇ ਆ, MP ਬਣਾਉਣੇ, MLA ਬਣਾਉਣੇ ਆ ਕਿ ਸਾਡੀ ਆਵਾਜ਼ ਬੰਦ ਕਰੋ। ਹੁਣ ਕੀ ਆ ਕਿ ਹੁਣ ਸਾਡਾ ਆੜਤੀ ਸਾਡੇ ਖਤਮ ਹੋਣ ਡਏ ਆ, ਪੱਲੇਦਾਰ ਸਾਡੇ ਖਤਮ ਹੋਣ ਡੇ, ਛੋਟੇ ਜਿੰਨੇ ਬਿਜ਼ਨਸਮੈਨ ਆ ਸਾਰੇ ਇਸ ਚੀਜ਼ 'ਚ ਮਾਰੇ ਜਾਣਗੇ। ਕਿਉਂ ਅੱਜ ਲੋਕਾਂ ਨੂੰ ਲੋੜ ਪੈ ਗਈ ਸੜਕਾਂ ਤੇ ਆਉਣ ਦੀ। ਅੱਜ ਲੋਕ ਸੋਸ਼ਲ ਮੀਡੀਆ ਆ ਗਿਆ। ਪਲਜਿੰਦਰ ਸਿੰਘ ਜੀ, ਅੱਜ ਆਪਾਂ ਕੋਈ ਗੱਲ ਕਰਦੇ ਹਾਂ, ਕੱਲ ਨੂੰ ਉਹਦਾ ਪ੍ਰੂਫ ਹੈ ਸਾਡੇ ਕੋਲ। ਹੁਣ ਕੀ ਕਰਦੀਆਂ ਸਰਕਾਰਾਂ ਕਿ ਮਤਲਬ ਕੱਲ ਬਿਆਨ ਹੋਰ ਸੀ, ਅੱਜ ਹੋ ਰਿਹਾ। ਉਹਨਾਂ ਤੋਂ ਅੱਜ ਦਾ ਕਿਸਾਨ ਜਿਹੜਾ ਜਾਗ ਚੁੱਕਾ ਵਾ। ਜਿਹੜੀਆਂ ਸੈਂਟਰ ਗੌਰਮੈਂਟਾਂ ਵਾ ਇਹ ਹਮੇਸ਼ਾ ਪੰਜਾਬ ਦੇ ਨਾਲ ਧੋਖਾ ਕਰਦੀਆਂ ਵਾ। ਇਸ ਧੋਖਾਧੜੀ ਦੇ ਵਿੱਚ ਹਮੇਸ਼ਾ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਮੈਂ ਅਮਰੀਕਾ ਤੋਂ ਮੇਰੀਆਂ ਕਈਆਂ ਜਥੇਬੰਦੀਆਂ ਨਾਲ ਵੀ ਗੱਲ ਹੋਈ ਹੈ। ਜਿੰਨੀਆਂ ਜਥੇਬੰਦੀਆਂ ਸਾਰੀਆਂ ਅੱਜ ਕਿਸਾਨ ਮਸ਼ੀਨਾਂ ਨਾਲ ਖਲੋਤੀਆਂ ਵਾ, ਕਿਉਂਕਿ ਕਿਸਾਨ ਦੇ ਨਾਲ ਜਿਹੜੇ ਜ਼ਿਆਦਾਤਰ ਲੋਕ ਅਸੀਂ ਕਿਸਾਨੀਅਤ ਦੇ ਨਾਲ ਜੁੜੇ ਆ। ਸਾਡੇ ਨਾਲ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਹੁੰਦਾ ਰਿਹਾ, ਹਮੇਸ਼ਾ ਇਹਨਾਂ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਥੱਲੇ ਲਾਉਣ ਦੀ। ਜੀ, ਅਸੀਂ ਕਦੀ ਵੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਕਿ ਮਤਲਬ ਕਿਸਾਨ ਨਾਲ ਧੱਕਾ ਹੋਵੇ, ਕਿਉਂਕਿ ਅੱਜ ਦਾ ਕਿਸਾਨ ਜਾ ਚੁੱਕਾ ਵਾ। ਉਹ ਜ਼ਮਾਨਾ ਪੁਰਾਣਾ ਸੀ ਜਦੋਂ ਸਾਡੇ ਬਜ਼ੁਰਗ ਅਨਪੜ੍ਹ ਸੀ, ਉਹਨਾਂ ਕੋਲ ਜਿੱਥੇ ਮਰਜ਼ੀ ਅੰਗੂਠਾ ਲਵਾ ਲੈਂਦੇ ਸੀ। ਅੱਜ ਦਾ ਕਿਸਾਨ, ਅੱਜ ਦੇ ਬੱਚੇ ਜਿਹੜੇ ਆ ਇਹ ਜਾਣ ਚੁੱਕੇ ਆ ਕਿ ਅਸੀਂ ਆਪਣੇ ਆਪ ਨੂੰ ਧੱਕਾ ਨਹੀਂ ਸਹਿਣ ਦੇਣਾ। ਸੋ ਅਸੀਂ ਹਮੇਸ਼ਾ ਇਹਨਾਂ ਦਾ ਵਿਰੋਧ ਕਰਦੇ ਰਵਾਂਗੇ ਜਿੱਥੇ ਵੀ ਇਹ ਸਾਡੇ ਨਾਲ ਧੱਕਾ ਕਰਨਗੇ। ਹੁਣੇ ਭਾਈ ਸਾਹਿਬ ਕਹਿ ਕੇ ਗਏ ਕਿ ਜੇ ਖਾਦ ਦਾ ਮੁੱਲ ਲਾਉਣ ਤੇ ਇਹ ਲਾਉਣ, ਡੀਜ਼ਲ ਦਾ ਮੁੱਲ ਲਾਉਣ ਤੇ ਇਹ ਲਾਉਣ, ਗੈਸ ਸਿਲੰਡਰ ਦਾ ਮੁੱਲ ਇਹ ਲਾਉਣ। ਜਿੰਨੀਆਂ ਵਾ ਜੇ ਕਿਸਾਨਾਂ ਨੂੰ ਚਾਹੀਦੀਆਂ ਵਾ ਦਵਾਈਆਂ ਚਾਹੀਦੀਆਂ ਇਹ ਲਾਉਣ। ਕੀ ਸਾਡੀਆਂ ਜ਼ਮੀਨਾਂ ਦਾ, ਸਾਡੀਆਂ ਫਸਲਾਂ ਦਾ ਰੇਟ ਕਿੰਨੇ ਲਾਉਣਾ? ਇਹ ਆਪਣੀਆਂ ਦਾ ਲਾਉਂਦੇ ਆ, ਕਿਉਂਕਿ ਸਾਨੂੰ ਇੱਕ ਸਿਰਫ ਲੁੱਟਣ ਵਾਸਤੇ ਬਹਾਨਾ ਵਾ। ਮੈਂ ਆਪਣੇ ਵੱਲੋਂ, ਆਪਣੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਗੁਰਦੁਆਰਾ ਸਿੱਖ ਸੋਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸੰਗਤਾਂ ਵੱਲੋਂ, ਨਿਊਯਾਰਕ ਦੀਆਂ ਸੰਗਤਾਂ ਵੱਲੋਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦਾ ਜੀ, ਇਹਨਾਂ 3 ਬਿੱਲਾਂ ਦਾ। ਠੀਕ ਹੈ, ਜਸਵੰਤ ਸਿੰਘ ਜੀ, ਹੁਣ ਤੁਹਾਡੇ ਕੋਲ ਆਵਾਂਗਾ ਮੈਂ ਔਰ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਕਿਸਾਨੀ ਖਿੱਤੇ ਨੂੰ ਹੁਣ ਲਗਾਤਾਰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਹੋ ਰਹੀ ਹੈ। ਇਸ ਦਾ ਸਾਫ਼ ਦੱਸ ਰਿਹਾ, ਕਿਉਂਕਿ ਇਹ ਤਰੀਕਾ ਪਹਿਲਾਂ ਬਿਹਾਰ ਵਿੱਚ ਵੀ ਅਪਣਾਇਆ ਗਿਆ ਸੀ। ਪਿਛਲੇ 14 ਸਾਲਾਂ ਤੋਂ ਇਹ ਤਰੀਕਾ ਉੱਥੇ ਤੱਕ ਕਾਮਯਾਬ ਹੋ ਨਹੀਂ ਸਕਿਆ, ਤਾਂ ਫਿਰ ਪੂਰੇ ਭਾਰਤ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਪਾਏਗਾ ਇਹ ਤਰੀਕਾ? ਨਾਲ ਹੀ ਕਿਸਾਨਾਂ ਨੂੰ ਸਾਫ਼ ਤੌਰ ਤੇ ਇਹ ਵੀ ਲੱਗ ਰਿਹਾ ਹੈ ਕਿ ਸਰਕਾਰ ਨੇ MSP ਦਾ ਰੌਲਾ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਣਾ ਹੈ, ਜਿਸ ਦੇ ਚਲਦਿਆਂ ਖੇਤੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਵੱਡੇ ਘਰਾਣਿਆਂ ਨੇ ਜਿਵੇਂ ਕਿ ਵੱਡੀ ਮਸ਼ੀਨਰੀ ਨਾਲ ਸ਼ੁਰੂ ਕਰ ਦਿੱਤੀ ਹੈ, ਤਾਂ ਜਿਹੜਾ ਛੋਟਾ ਕਿਸਾਨ ਹੈ ਉਸ ਤੇ ਸਭ ਤੋਂ ਵੱਡੀ ਮਾਰ ਪੈਣੀ ਲਾਜ਼ਮੀ ਆ ਤੇ ਉਸ ਦਾ ਭਵਿੱਖ ਖਤਮ ਹੋ ਜਾਣਾ ਹੈ। ਤੁਹਾਡੀ ਅਸੀਂ ਰਾਏ ਜਾਣਨਾ ਚਾਹਾਂਗੇ, ਤੁਹਾਡਾ ਨਜ਼ਰੀਆ ਕੀ ਹੈ ਜਸਵੰਤ ਜੀ? ਦੇਖੋ ਜੀ, ਬਿਲਕੁਲ ਜਿਹੜੀ ਕਿਸਾਨਾਂ ਦੇ ਖਦਸ਼ੇ ਆ ਉਹ ਬਿਲਕੁਲ ਸਹੀ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਕਿ ਇੰਡੀਆ ਜਿਹੜਾ ਉਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਂਦਾ ਜੀ। ਲੋਕਤੰਤਰ ਦੀ ਪਰਿਭਾਸ਼ਾ ਹੁੰਦੀ ਆ ਕਿ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਜਿਹੜੀ ਹੁੰਦੀ ਆ, ਜਿੱਥੇ ਇਹ ਸਿਸਟਮ ਹੋਵੇ ਉਹਨੂੰ ਲੋਕਤੰਤਰ ਕਿਹਾ ਜਾਂਦਾ ਹੈ। ਤੇ ਮੈਨੂੰ ਇਹ ਸਮਝ ਨਹੀਂ ਆਈ ਵੀ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੇ ਕੰਮ ਕਿਉਂ ਨਹੀਂ ਕਰ ਰਹੀ, ਜਦੋਂ ਲੋਕ ਦੱਸ ਰਹੇ ਆ ਕਿ ਭਾਈ ਸਾਨੂੰ ਇਹ ਜਿਹੜਾ
ਬਿੱਲ ਤੁਹਾਡਾ ਮਨਜ਼ੂਰ ਨਹੀਂ, ਸਾਨੂੰ ਇਹਦੇ ਵਿੱਚ ਚੋਰ ਬੋਰੀਆਂ ਦੀਦੀਆਂ ਕਿ ਕੱਲ ਨੂੰ ਅਸੀਂ ਕੰਗਾਲ ਹੋ ਜਾਣਾ। ਤੇ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ? ਸਰਕਾਰ ਕਿਹਦੀ ਆ? ਆਕਾਸ਼ ਤੋਂ ਤਾਂ ਉਤਰੀ ਨਹੀਂ ਗੀ, ਬਿਲਕੁਲ ਲੋਕਾਂ ਨੇ ਸਰਕਾਰ ਚੁਣੀ ਆ। ਸੋ ਸਰਕਾਰ ਦਾ ਫਰਜ਼ ਬਣਦਾ ਕਿ ਉਹ ਲੋਕਾਂ ਦੀ ਗੱਲ ਨੂੰ ਸਮਝੇ, ਦੁਵਿਧਾ ਨੂੰ ਸਮਝੇ। ਇੱਕ ਹੋਰ ਜਿਹੜੀ ਟਰਮ ਸੁਖਬੀਰ ਬਾਦਲ ਹੋਰੀ ਯੂਜ਼ ਕਰ ਰਹੇ ਆ ਕਿ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਜਾਣ। ਕਿਸਾਨ ਕਹ ਰਹੇ ਸਾਡਾ ਸ਼ੰਕਾ ਹੀ ਕੋਈ ਨਹੀਂ। ਸੋ ਇਹ ਕੁੱਲ ਮਿਲਾ ਕੇ ਜਿਹੜਾ ਇਹ ਆਰਡੀਨੈਂਸ ਜਿਹੜੇ ਆਏ ਆ ਇਹ ਕਿਸਾਨ ਮਾਰੂ ਆ। ਮੋਟੇ ਤੌਰ ਤੇ ਜੇ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਇਹ ਜਿਹੜੇ ਆਰਡੀਨੈਂਸ ਆ ਕਿਸਾਨ ਮਾਰੂ ਆ। ਇਹ ਕਿਸਾਨਾਂ ਨੂੰ ਜ਼ਿਆਦਾ ਪਤਾ। ਹੁਣ ਕਿਸੇ ਬੰਦੇ ਦੇ ਕੋਲੋਂ ਚੀਜ਼ ਖੋ ਕੇ ਉਹਨੂੰ ਕਿਹਾ ਜਾਵੇ ਕਿ ਨਹੀਂ ਬਸ ਬੱਚਾ ਬਸ ਤੇਰਾ ਭਲਾ ਹੋ ਜਾਣਾ ਇਹਦੇ ਵਿੱਚ, ਹੁਣ ਐਡਾ ਕੋਈ ਨਿਆਣਾ ਨਹੀਂਗਾ। ਜਿਨ੍ਹਾਂ ਦੀਆਂ ਜ਼ਮੀਨਾਂ ਖੁੱਸ ਜਾਣੀਆਂ, ਜਿਨ੍ਹਾਂ ਦੀਆਂ ਜ਼ਮੀਨਾਂ ਦਾ ਮੁੱਲ ਕੋਈ ਨਹੀਂ ਰਹਿ ਜਾਣਾ, ਜਿਨ੍ਹਾਂ ਦੀ ਮਿਹਨਤ ਨਾਲ ਪਾਲੀ ਹੋਈ ਫਸਲ ਦਾ ਮੁੱਲ ਕੋਈ ਨਹੀਂ ਰਹਿ ਜਾਣਾ, ਉਹਨਾਂ ਦੀ ਆਵਾਜ਼ ਨੂੰ ਜ਼ਰੂਰ ਸੁਣਨਾ ਚਾਹੀਦਾ। ਸਰਕਾਰ ਜਿਹੜੀ ਆ ਉਹ ਲੋਕਾਂ ਦੀ ਹੀ ਚੁਣੀ ਹੋਈ ਆ, ਲੋਕਾਂ ਦੇ ਲਈ ਚੁਣੀ ਹੋਈ ਆ। ਲੋਕ ਜਦੋਂ ਕੁਰਲਾ ਕੇ ਕਹਿ ਰਹੇ ਆ, ਸੜਕਾਂ ਤੇ ਆ ਗਏ ਆ, ਮਜਬੂਰ ਹੋ ਕੇ ਉਹਨਾਂ ਨੂੰ ਅੱਗਾਂ ਲਾਉਣੀਆਂ ਪੈ ਰਹੀਆਂ, ਉਹ ਪੁਤਲੇ ਸਾੜ ਰਹੇ ਆ। ਤੇ ਮਤਲਬ ਇਸ ਤੋਂ ਪਹਿਲਾਂ ਕਿ ਸੰਘਰਸ਼ ਕਿਸੇ ਹੋਰ ਪਾਸੇ ਨੂੰ ਜਾਵੇ ਜਾਂ ਇਹਨੂੰ ਹੋਰ ਪਾਸੇ ਨੂੰ ਮੋੜ ਦੇ ਦਿੱਤਾ ਜਾਵੇ, ਤਾਂ ਸਰਕਾਰ ਨੂੰ ਚਾਹੀਦਾ ਕਿ ਉਹ ਲੋਕਾਂ ਦੀਆਂ ਮੰਗਾਂ ਨੂੰ ਸੁਣ ਕੇ ਜੇਕਰ ਲੋਕ ਕਹਿ ਰਹੇ ਆ, ਖਾਸ ਤੌਰ ਤੇ ਜਿਨ੍ਹਾਂ ਨੇ ਜਿਹੜਾ ਅੰਨਦਾਤਾ ਹੈ, ਜਿਹਨੇ ਇਸ ਦੇਸ਼ ਦਾ ਔਖੇ ਸਮੇਂ ਦੇ ਵਿੱਚ ਢਿੱਡ ਪਾਲਿਆ, ਇਸ ਔਖੇ ਸਮੇਂ ਦੇ ਵਿੱਚ ਭੁੱਖਮਰੀ ਤੋਂ ਇਸ ਦੇਸ਼ ਨੂੰ ਬਚਾਇਆ, ਉਹਨਾਂ ਲੋਕਾਂ ਦੇ ਨਾਲ ਜਿਹੜਾ ਇਹੋ ਜਿਹਾ ਵਿਹਾਰ ਹੈ ਉਹ ਕਿਸੇ ਵੀ ਤਰੀਕੇ ਸੌਂਦਾ ਨਹੀਂਗਾ। ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਜਿਹੜਾ ਤਬਕਾ ਪਹਿਲਾਂ ਹੀ ਸੰਕਟ ਦੇ ਵਿੱਚੋਂ ਲੰਘ ਰਿਹਾ, ਇੱਕੋ ਇੱਕ ਵਰਮਾਨੀ ਸਾਹਿਬ, ਇੱਕੋ ਇੱਕ ਫੈਕਟਰ ਹੈ, ਇੱਕੋ ਇੱਕ ਖੇਤਰ ਹੈ ਪੰਜਾਬ ਇੰਡੀਆ ਦੇ ਵਿੱਚ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਆਰਥਿਕ ਤੌਰ ਤੇ ਪਛੜ ਗਿਆ, ਆਰਥਿਕ ਸੰਕਟ ਦਾ ਉਹ ਸ਼ਿਕਾਰ ਹੈ। ਉਹਨੂੰ ਇਹੋ ਜਿਹੀਆਂ ਜਿਹੜੀਆਂ ਨਵੇਂ ਜਿਹੜੇ ਉਹਨੂੰ ਦਿੱਤੇ ਜਾ ਰਹੇ ਨੇ, ਕਹਿ ਲਓ ਤੁਸੀਂ ਇੱਕ ਹੋਰ ਸੰਕਟ ਦੇ ਵਿੱਚ ਪੈ ਕੇ ਮਤਲਬ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਨੇ ਪਹਿਲਾਂ ਕਿਸਾਨ, ਤੇ ਉਹਨਾਂ ਨੂੰ ਹੋਰ ਮਤਲਬ ਮੁਸ਼ਕਿਲ ਚ ਪਾਇਆ ਜਾ ਰਿਹਾ। ਠੀਕ ਹੈ VM ਸਿੰਘ ਜੀ, ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਕਿ ਇਹ ਸਵਾਲ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਕਿਉਂਕਿ ਜ਼ਿਆਦਾਤਰ ਕਿਸਾਨਾਂ ਨੂੰ ਇਹੀ ਖਦਸ਼ਾ ਹੈਗਾ, ਜਿਵੇਂ ਉਹਨਾਂ ਨੇ ਜਸਵੰਤ ਸਿੰਘ ਜੀ ਨੇ ਕਿਹਾ, ਕੋਈ ਸ਼ੰਕੇ ਨਹੀਂ ਹੈਗੇ। ਉਹਨਾਂ ਨੂੰ ਸਾਫ਼ ਤੌਰ ਤੇ ਪਤਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਕਿਸਾਨੀ ਹੈ ਉਹ ਲਗਾਤਾਰ ਹੁਣ ਪ੍ਰਾਈਵੇਟ ਹੱਥਾਂ 'ਚ ਜਾ ਰਹੀ ਹੈ, ਔਰ ਆਉਣ ਵਾਲੇ ਸਮੇਂ ਵਿੱਚ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਏਗਾ, ਭਾਰੀ ਨੁਕਸਾਨ ਹੋਏਗਾ, ਕਿਸਾਨਾਂ ਦੇ ਸਿਰ ਤੇ ਹੀ ਪੈਣਾ ਪਏਗਾ। ਕਿਉਂਕਿ ਜਦੋਂ ਮੰਡੀਆਂ 'ਚ ਜਾਣਗੇ ਤਾਂ ਉਹਨਾਂ ਨੂੰ ਇੱਕ ਜਿਹੜੀ ਫਿਕਸ ਕੀਮਤ ਹੈ ਉਸ ਤੋਂ ਵੀ ਕਿਤੇ ਨਾ ਕਿਤੇ ਜਦੋਂ ਕੰਪੀਟੀਸ਼ਨ ਵਧੇਗਾ, ਤੇ ਇੱਥੇ ਕੰਪੀਟੀਸ਼ਨ ਵਧਾਉਣ ਦੀ ਗੱਲ ਹੋ ਰਹੀ ਹੈ, ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਗੱਲ ਹੋ ਰਹੀ ਹੈ, ਤਾਂ ਹੀ ਜਿਹੜਾ ਕਿਸਾਨ ਹੈਗਾ ਉਹ ਆਪਣੇ ਆਪ ਨੂੰ ਦਬਿਆ ਕੁਚਲਾ ਮਹਿਸੂਸ ਕਰ ਰਿਹਾ ਅੱਜ ਦੇ ਸਮੇਂ ਵਿੱਚ। VM ਸਿੰਘ ਜੀ, ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੇ ਲੋਕ ਆ ਰਹੇ ਨੇ ਨਾ ਖਰੀਦਣ ਲਈ, ਬਾਹਰੋਂ ਕੋਈ ਨਹੀਂ ਆਣ ਲੱਗਾ। ਇਹਨਾਂ ਨੇ ਕਾਰਟਲ ਬਣਾ ਲੈਣਾ ਹੈਗਾ 5-7 ਬੰਦਿਆਂ ਦਾ, ਜਿਨ੍ਹਾਂ ਦੀ ਅੱਜ ਜਿਹੜੀ ਹੈ ਨਾ ਇੰਡਸਟਰੀ ਬੰਦ ਹੋ ਰਹੀ ਹੈ ਕੋਰੋਨਾ ਕਰਕੇ, ਉਹ ਸ਼ਿਫਟ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਹਰ ਆਦਮੀ ਨੇ ਖਾਣਾ ਖਾਣਾ ਹੈਗਾ। 138 ਕਰੋੜ ਲੋਕ ਹੋ ਗਏ ਨੇ, ਇਹਦੇ ਅੰਦਰ ਫਾਇਦਾ ਹੈਗਾ। ਇਹਨਾਂ ਨੇ FPO ਬਣਾਤੇ ਨੇ, ਫੂਡ ਪ੍ਰੋਡਿਊਸਿੰਗ ਆਰਗੇਨਾਈਜੇਸ਼ਨ, ਤੇ ਜਿਹੜਾ ਇੰਡਸਟਰੀਅਲਿਸਟ ਹੀ ਆਏਗਾ, ਜਿਹੜਾ ਪੈਸੇ ਵਾਲਾ ਆਏਗਾ, ਉਦਯੋਗਪਤੀ ਆਏਗਾ, ਉਹਨੂੰ ਕਿਸਾਨ ਦਾ ਦਰਜਾ ਦੇ ਰਹੇ ਨੇ। ਕਹਿ ਰਹੇ ਨੇ ਭਾਈ ਤੂੰ ਜਿੰਨਾ ਖਰੀਦਣਾ ਖਰੀਦ, ਜਿੰਨਾ ਸਟਾਕ ਕਰਨਾ ਕਰ, ਅਸੀਂ ਮਨਾ ਨਹੀਂ ਕਰਾਂਗੇ। ਤੇ ਇਹਨਾਂ ਨੇ ਕੀ ਕਰਨਾ ਕਿ ਕਿੱਲਤ ਦਿਖਾ ਕਰ ਰੇਟ ਵਧਾਣਾ ਹੈਗਾ, ਤੇ ਉਹਦੇ ਬਾਅਦ ਜਿਹੜਾ ਹੈ ਸਭ ਨੂੰ ਲੁੱਟਣਾ ਹੈਗਾ। ਹੁਣ ਪਹਿਲੀ ਚੀਜ਼ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਅੱਜ ਇਹ ਲੋਡ ਕਰੋਨਾ ਦੇ ਅੰਦਰ ਕਿਸਾਨਾਂ ਨੇ ਦੇਸ਼ ਨੂੰ ਖਿਲਾਇਆ। ਅੱਜ ਦੀ ਤਰੀਕ ਅਸੀਂ ਉਮੀਦ ਕਰਦੇ ਸੀਗੇ ਕਿ ਸਾਨੂੰ 1.5 ਗੁਣਾ ਲਾਗਤ ਦਾ ਦਾਮ ਜਿਹੜਾ ਮੋਦੀ ਜੀ ਨੇ 2014 ਵਿੱਚ ਪ੍ਰੋਮਿਸ ਕੀਤਾ ਸੀਗਾ ਉਹ ਦੇਣਗੇ। ਜਿਹੜਾ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਸੀਗੇ, ਤੁਸੀਂ MSP ਤੋਂ ਅੱਧਾ ਰੇਟ ਨੀਚੇ ਲੈਂਦੇ ਹੋ, ਉਹਦਾ ਬੈਲੈਂਸ ਦੇਣਗੇ। ਇਹਨਾਂ ਨੇ ਕੱਖ ਨਹੀਂ ਕੀਤਾ ਹੈਗਾ। ਅੱਜ ਦੇਖੋ ਨਾ, ਕਰੋਨਾ ਅੰਦਰ, ਉਸ ਤੋਂ ਪਹਿਲੇ ਨੋਟਬੰਦੀ ਅੰਦਰ ਬੱਚਿਆਂ ਦੀਆਂ ਨੌਕਰੀਆਂ ਗਈਆਂ। ਸਾਡੇ ਇੱਥੇ ਪੰਜਾਬ ਹੋਵੇ, ਤੁਹਾਡਾ UP ਹੋਵੇ, ਵੈਸਟਰਨ UP ਹੋਵੇ, ਲੋਕ ਵਿਦੇਸ਼ ਜਾਂਦੇ ਨੇ। ਕਿਉਂ ਜਾਂਦੇ ਨੇ? ਕਹਿੰਦੇ ਉੱਥੇ ਘੱਟ ਤੋਂ ਘੱਟ ਬਈ ਥੋੜਾ ਕੁਝ ਤਾਂ ਮਿਲੇਗਾ, ਤੇ ਖੇਤੀ ਅੰਦਰ ਕੱਖ ਨਹੀਂ ਮਿਲਦਾ ਹੈਗਾ। ਪਰ ਅੱਜ ਕਰੋਨਾ ਅੰਦਰ ਦਿਖਾਇਆ ਗਿਆ ਹੈਗਾ, ਜਿੱਥੇ 3.1 ਤੋਂ ਲੈ ਕੇ 23.9 ਨੈਗੇਟਿਵ ਆਇਆ ਹੈਗਾ ਦੇਸ਼ ਦਾ GDP, ਉੱਥੇ ਕਿਸਾਨਾਂ ਨੇ 3.4 ਉਹਨਾਂ ਦਾ ਪੋਜ਼ਿਟਿਵ ਆਇਆ ਹੈਗਾ। ਅੱਜ ਜੇ ਲੋੜ ਹੈਗੀ ਹੈ ਤੇ ਸਾਨੂੰ ਥੋੜਾ ਬੂਸਟ ਕਰਨ ਦੀ ਹੈਗੀ ਹੈ, ਸਾਨੂੰ ਬਰਬਾਦ ਕਰਨ ਦੀ ਨਹੀਂ ਹੈਗੀ ਹੈ। ਅੱਜ ਤੁਸੀਂ ਕਹਿੰਦੇ ਹੋ ਕੰਟਰੈਕਟ ਫਾਰਮਿੰਗ ਨਾਲ ਫਾਇਦਾ ਹੋ ਜਾਏਗਾ। ਅਸੀਂ ਗੰਨਾ ਕਿਸਾਨ ਜਿਹੜੇ ਹੈਗੇ ਆ, ਗੰਨਾ ਕਿਸਾਨ ਅੱਜ 67 ਸਾਲ ਤੋਂ 67 ਇਅਰਸ ਤੋਂ ਅੱਜ ਕੰਟਰੈਕਟ ਫਾਰਮਿੰਗ ਕਰ ਰਿਹਾ ਹੈਗਾ। ਚੀਨੀ ਮਿਲ ਦੇ ਨਾਲ ਸਮਝੌਤਾ, ਜਿਹੜੇ ਸਮਝੌਤਾ ਮੋਦੀ ਜੀ ਲੈ ਕੇ ਆਏ ਨੇ, ਕਹਿੰਦਾ ਮੈਂ ਹੁਣ ਲੈ ਕੇ ਆਇਆ, ਇਹ 67 ਇਅਰਸ ਤੋਂ ਸਮਝੌਤੇ ਹੋ ਰਹੇ ਨੇ। ਉਹਦੇ ਬਾਅਦ ਸੁਸਾਇਟੀ ਦੇ ਨਾਲ ਹੁੰਦਾ ਹੈਗਾ। ਸੁਸਾਇਟੀ ਵਿੱਚ 40-50 ਹਜ਼ਾਰ ਮੈਂਬਰ ਹੁੰਦੇ ਨੇ,
ਉਹ 40,000 ਮੈਂਬਰ ਜਾਂ 50,000 ਮੈਂਬਰ ਮਿਲ ਦੇ ਸਾਹਮਣੇ ਛੋਟੇ ਹੋ ਜਾਂਦੇ ਨੇ, ਮਿਲ ਉਹਨੂੰ ਡੋਮੀਨੇਟ ਕਰਦਾ ਹੈਗਾ। ਹੁਣ ਤਾਂ ਸਮਝੌਤਾ ਇੱਕ ਇੱਕ ਆਦਮੀ ਨਾਲ ਹੋਏਗਾ ਤੇ ਕਿਸਾਨ ਕੀ ਕਰੇਗਾ? ਕਿਸਾਨ ਮਰ ਜਾਏਗਾ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨਾ, ਇਹਨਾਂ ਦੇ ਬਿੱਲਾਂ ਦੇ ਅੰਦਰ, ਹੁਣ ਆਰਡੀਨੈਂਸ ਤਾਂ ਰਹੇ ਨਹੀਂ, ਹੁਣ ਤਾਂ ਬਿੱਲ ਬਣ ਗਏ, ਬਿੱਲਾਂ ਦੇ ਅੰਦਰ ਹੈਗਾ ਕਿ ਤੁਹਾਡੀ ਇੱਕ ਮੁਆਇਨਾ ਕਰਾਂਗੇ ਅਸੀਂ, ਇੰਸਪੈਕਸ਼ਨ ਕਲੌਜ਼ ਹੈਗਾ, ਜੇ ਠੀਕ ਨਹੀਂ ਹੋਏਗੇ ਤੇ ਰੇਟ ਗਿਰਾ ਦੇਣਗੇ। ਜਿਸ ਤਰ੍ਹਾਂ ਯਾਦ ਹੈ ਨਾ, ਪੰਜਾਬ ਦੇ ਅੰਦਰ ਪੈਪਸੀਕੋ ਆਈ ਸੀਗੀ, ਗ੍ਰੇਡਿੰਗ ਕਰਨੀ ਚਾਲੂ ਕਰਤੀ ਉਹਨਾਂ ਨੇ, ਆਲੂ ਦੀ, ਟਮਾਟਰ ਦੀ, ਕਹਿੰਦੇ ਵੱਡਾ ਹੈ ਛੋਟਾ ਹੈ, ਜੇ ਰੇਟ ਘੱਟ ਹੋ ਜਾ ਲੈ ਲੈਂਦੇ ਸੀਗੇ। ਤੇ ਨਾਲ 3 ਦਿਨ ਦੇ ਅੰਦਰ ਪੇਮੈਂਟ ਹੋਏਗੀ, ਪੇਮੈਂਟ ਇਕੱਠੀ ਨਹੀਂ ਹੋਏਗੀ, 3 ਦਿਨ ਬਾਅਦ ਪੇਮੈਂਟ। ਜੇ ਆਦਮੀ ਜੇ ਪੈਸਾ ਕਰਕੇ ਜਾਂਦਾ ਵੀ ਹੈ ਬੰਬਈ ਕਲਕੱਤਾ ਲੈਣ, ਫਿਰ ਵਾਪਸ ਆਏਗਾ, ਫਿਰ ਪੇਮੈਂਟ ਲੈਣ ਜਾਏਗਾ, ਉਹਦੇ ਬਾਅਦ ਜੇ ਪੇਮੈਂਟ ਨਹੀਂ ਮਿਲੀ ਤੇ ਉਹ ਕੋਰਟ ਨਹੀਂ ਜਾ ਸਕਦਾ, ਉਹ ਕੋਰਟ ਨਹੀਂ ਜਾ ਸਕਦਾ, ਸਿਵਲ ਕੋਰਟ ਦਾ ਜੁਰਿਸਡਿਕਸ਼ਨ ਬਾਹਰ ਹੈਗਾ। ਕੀ ਕਰੇਗਾ ਉਹ? ਕਹਿੰਦੇ ਫਿਰ ਤੁਸੀਂ ਕੰਮ ਕਰੋ, ਉੱਥੇ ਐਸਡੀਐਮ ਕੋਲ ਜਾਓ। ਉਹ ਮੇਰਾ ਖੁਦ ਦਾ ਐਸਡੀਐਮ ਮੇਰੀ ਗੱਲ ਸੁਣਦਾ ਨਹੀਂ ਹੈ, ਬਾਹਰ ਮੈਂ ਕੀ ਕਰਾਂਗਾ ਬਈ? ਤੁਹਾਨੂੰ ਪਤਾ ਹਿੰਦੁਸਤਾਨ ਦੇ ਅੰਦਰ ਕੀ ਹੁੰਦਾ ਹੈ, ਐਸਡੀਐਮ ਕੋਲ ਕੋਈ ਵੀ ਕੰਪਲੇਂਟ ਲੈ ਕੇ ਜਾਂਦਾ ਹੈਗਾ ਤੇ ਉਹਦਾ ਪੋਤਾ ਉਹਦੀਆਂ ਡੇਟ ਭੁਗਤਾਉਂਦਾ ਹੈਗਾ। ਤੇ ਇਸ ਕਰਕੇ ਅਸੀਂ ਕਿਹਾ ਮੋਦੀ ਜੀ ਸਾਨੂੰ ਕੁਝ ਨਹੀਂ ਚਾਹੀਦਾ, ਜਿਹਨੂੰ ਤੁਸੀਂ ਲੈ ਕੇ ਆਣਾ ਆਓ, ਜਿਹਨੂੰ ਦੇਣਾ ਜੋ, ਆਰਟੀਆਂ ਨਾਲ ਜੋ ਕਰਨਾ ਨਹੀਂ ਕਰਨਾ ਅਸੀਂ ਨਹੀਂ ਜਾਣਦੇ, ਸਾਨੂੰ ਇੰਨਾ ਕਰ ਦਿਓ। ਇੱਕ ਤੁਸੀਂ ਕਹਿੰਦੇ 1 ਨੇਸ਼ਨ 1 ਮਾਰਕੀਟ, ਇੱਕ ਮਾਰਕੀਟ ਆਰਟੀਆਂ ਦੀ ਹੈਗੀ ਹੈ, ਇੱਕ ਮਾਰਕੀਟ ਤੁਹਾਡੀ ਖੋਲ ਦਿੱਤੀ ਹੈਗੀ ਹੈ, 2 ਮਾਰਕੀਟ ਤਾਂ ਹੋ ਗਈ ਹਨ ਤੁਹਾਡੀ ਹਰ ਜਗ੍ਹਾ। ਇਹਨਾਂ ਦੀ ਗੱਲ ਦੇ ਅੰਦਰ ਕੋਈ ਭਰੋਸਾ ਨਹੀਂ ਹੈਗਾ। ਸਾਡਾ ਕਹਿਣਾ ਹੈਗਾ ਐਮਐਸਪੀ ਮਿਨੀਮਮ ਸਪੋਰਟ, ਮਿਨੀਮਮ ਦਾ ਮਤਲਬ ਕੀ ਹੈ? ਘੱਟ ਤੋਂ ਘੱਟ, ਉਸ ਤੋਂ ਘੱਟ ਨਹੀਂ ਹੋ ਸਕਦਾ, ਮਿਨੀਮਮ ਤੋਂ ਘੱਟ ਨਹੀਂ ਹੋ ਸਕਦਾ। ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦੀ ਗਾਰੰਟੀ ਦਿਓ, ਸਾਡੀ ਖਰੀਦ ਦੀ ਗਾਰੰਟੀ ਦਿਓ, ਤੇ ਉਸ ਤੋਂ ਘੱਟ ਕੋਈ ਲੈ ਤੇ ਅਪਰਾਧ ਬਣਾਓ। ਤੇ ਕਿਸਾਨਾਂ ਨੂੰ ਵੀ ਹੱਕ ਹੈਗਾ ਇਸ ਦੇਸ਼ ਦੇ ਅੰਦਰ ਜੀਣ ਦਾ, ਜਿਹੜਾ ਕਿਸਾਨ ਜਿਹੜਾ ਹੈਗਾ ਦੇਸ਼ ਨੂੰ ਖੁਰਾਕ ਦਿੰਦਾ ਹੈਗਾ। ਖਾਸ ਤੌਰ ਹੁਣ ਕੋਰੋਨਾ ਦੇ ਅੰਦਰ ਘੱਟ ਤੋਂ ਸਬਕ ਸਿੱਖੋ। ਠੀਕ ਹੈ ਦਵਿੰਦਰ ਜੀ, ਇੱਕ ਅਹਿਮ ਸਵਾਲ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਉਹਦਾ ਜਵਾਬ ਦਿਓ ਕਿ ਪੰਜਾਬ ਵਿੱਚ 2 ਥਾਵਾਂ ਅਜਿਹੀਆਂ ਨੇ ਜਿੱਥੇ ਜ਼ੋਰਾਂ ਸ਼ੋਰਾਂ ਨਾਲ ਪਹਿਲਾਂ ਧਰਨੇ ਤਾਂ ਜ਼ਰੂਰ ਲੱਗੇ ਸਨ, ਪਰ ਹੁਣ ਉਹਨਾਂ ਨੂੰ ਧਰਨਿਆਂ ਨੂੰ ਚੁੱਕ ਲਿਆ ਗਿਆ ਤੇ ਕਿਹਾ ਇਹ ਜਾ ਰਿਹਾ ਹੈ ਕਿ ਵੱਡੇ ਸੰਘਰਸ਼ ਦੀ ਤਿਆਰੀ ਹੋ ਰਹੀ ਹੈ। ਜੇਕਰ ਤੁਹਾਨੂੰ 2 ਥਾਵਾਂ ਦੱਸਾਂ ਤਾਂ ਉਹ 2 ਥਾਵਾਂ ਨੇ ਬਾਦਲ ਪਿੰਡ ਅਤੇ ਸ਼ਾਹੀ ਸ਼ਹਿਰ ਪਟਿਆਲਾ। ਕੀ ਹੁਣ ਕਿਸਾਨੀ ਨੂੰ ਇਹ ਸਮਝਿਆ ਜਾਏ ਕਿ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਸਿਰਫ ਹੁਣ ਸਿਆਸੀ ਰੰਗ ਚੜਿਆ ਹੋਇਆ ਇਸ ਤੇ, ਜਾਂ ਇਸ ਵਿੱਚ ਜੋ ਸੰਘਰਸ਼ ਕਿਸਾਨਾਂ ਨੇ ਵਿੱਢਿਆ ਹੋਇਆ ਹੈ ਉਸ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਵੇਖੋ ਜੀ, ਸਭ ਤੋਂ ਪਹਿਲਾਂ ਤੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਵਾ, ਪਰ ਉਹ ਕਹਿਣ ਤੱਕ ਹੀ ਸੀਮਤ ਰਹਿ ਗਿਆ, ਕਿਉਂਕਿ ਜਿੰਨੇ ਵੀ ਵੱਡੇ ਬਿਜ਼ਨਸਮੈਨ ਆ ਉਹਨਾਂ ਦੀ ਕੋਸ਼ਿਸ਼ ਇੱਕ ਹੈ ਕਿ ਇਹਨਾਂ ਦਾ ਕਿੱਦਾਂ ਗਲਾ ਘੁੱਟਿਆ ਜਾ ਸਕਦਾ। ਮੈਂ ਬਹੁਤਾ ਦੂਰ ਨਹੀਂ ਜਾਂਦਾ, ਕਰੋਨਾ ਦੇ ਸਮੇਂ ਦੇ ਵਿੱਚ ਸਪੈਸ਼ਲੀ ਸਿੱਖਾਂ ਨੇ ਕੋਈ ਦੁਨੀਆ ਦਾ, ਮੈਂ ਇਕੱਲੇ ਇੰਡੀਆ ਦੀ ਗੱਲ ਨਹੀਂ ਕਰਦਾ, ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦਾ ਉਹਨੇ ਸੇਵਾ ਕੀਤੀ ਆ, ਲੰਗਰ ਇੰਨੇ ਵਰਤਾਏ ਆ। ਜਿੱਥੇ ਕੱਚੇ ਖਾਣੇ ਦੀ ਗੱਲ ਆ, ਜੇ ਆਟੇ ਦੀ ਗੱਲ ਆ, ਦਾਲਾਂ ਦੀ ਗੱਲ ਆ, ਚੌਲਾਂ ਦੀ ਆ, ਜੇ ਗੁਰਦੁਆਰੇ ਆ ਤੇ ਉੱਥੋਂ ਲੰਗਰ ਪਕਾ ਕੇ ਹਰ ਜਗ੍ਹਾ ਦਿੱਤਾ ਗਿਆ ਵਾ। ਪਰ ਉਹਦਾ ਕ੍ਰੈਡਿਟ ਸਾਨੂੰ ਕੀ ਮਿਲਿਆ, ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਜੀ। ਤੁਸੀਂ ਗੱਲ ਕੀਤੀ ਆ ਪਿੰਡ ਬਾਦਲ ਦੀ। ਬਾਦਲ ਸਾਹਿਬ ਨੇ, ਵੱਡੇ ਬਾਦਲ ਸਾਹਿਬ ਨੇ ਆਪਣੇ ਇਲਾਕੇ ਦੇ ਵਿੱਚ ਕੰਮ ਕੀਤੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਹ ਲੋਕ ਉਹਨਾਂ ਦੇ ਭਰੋਸੇ ਵਿੱਚ ਵੀ ਹੈਗੇ ਆ ਜੀ। ਪਰ ਦੂਜੇ ਪਾਸੇ ਸਾਡੇ ਲੋਕ ਭੋਲੇ ਨੇ, ਇੱਕ ਸ਼ਰਾਬ ਦੀ ਬੋਤਲ ਤੇ ਵਿਕਣ ਵਾਲੇ ਨੇ। ਉਹ ਲੋਕ ਫਿਰ ਅੱਜ ਉਹਨਾਂ ਦੇ ਭਰੋਸੇ 'ਚ ਆ ਗਿਆ। ਜਿਸ ਤਰ੍ਹਾਂ ਸਾਡੇ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੌਰ ਜੀ, ਜੂਨ ਦਾ ਬਿੱਲ ਆਉਣ ਡਿਆ ਵਾ, ਤਾਂ ਹੁਣ ਸਤੰਬਰ ਦੇ ਵਿੱਚ ਜਾ ਕੇ ਰਿਜ਼ਾਈਨ ਕਰਨ ਦੇ। ਇਹੋ ਹੀ ਸੁਖਬੀਰ ਸਿੰਘ ਜੀ ਬਾਦਲ ਪਹਿਲਾਂ ਕਹਿੰਦੇ ਸੀ ਇਹ ਬਿੱਲ ਬੜਾ ਵਧੀਆ, ਅੱਜ ਉਹੀ ਕਹਿੰਦੇ ਆ ਜੀ ਵੇਖੋ ਜੀ ਅਸੀਂ ਇਹਦੇ ਵਿਰੋਧ ਦੇ ਵਿੱਚ ਆ, ਕਿਉਂਕਿ ਇਹ ਸਾਡੇ ਹੱਕ 'ਚ ਨਹੀਂਗਾ, ਕਿਸਾਨਾਂ ਦੇ ਹੱਕ 'ਚ ਨਹੀਂਗਾ, ਜ਼ਿਮੀਂਦਾਰਾਂ ਦੇ ਹੱਕ 'ਚ ਨਹੀਂਗਾ। ਤੇ ਜੇ ਹੱਕ 'ਚ ਨਹੀਂਗਾ ਤੇ ਫਿਰ ਤੁਸੀਂ ਪਹਿਲੇ ਕਿਉਂ ਇੰਨਾ 3 ਮਹੀਨੇ ਪੰਜਾਬ 'ਚ ਆ ਕੇ, ਜੇ ਇਹਨਾਂ ਦੇ ਉਹ ਨਰਿੰਦਰ ਤੋਮਰ ਜਿਹੜੇ, ਉਹਨਾਂ ਨੂੰ ਚੰਡੀਗੜ੍ਹ ਲਿਆ ਕੇ ਉਹਨਾਂ ਕੋਲ ਸਪੀਚ ਕਰਾਈ। ਵੱਡੇ ਬਾਦਲ ਸਾਹਿਬ ਨੂੰ ਇਹ ਕਹਿਣਾ ਪਿਆ ਵੀ ਤੁਸੀਂ ਬੱਚਿਆਂ ਦਾ ਸਾਥ ਦਿਓ, ਇਹ ਬਿੱਲ ਜਿਹੜਾ ਕਿਸਾਨਾਂ ਦੇ ਹੱਕ 'ਚ ਆ। ਜਿੱਥੋਂ ਤੱਕ ਬਾਦਲ ਜਿਸ ਪਾਸੇ ਹਵਾ ਚੱਲਦੀ ਹੈ ਉਸ ਪਾਸੇ ਸਿਆਸੀ ਨੇਤਾ ਹੋ ਤੁਰਦੇ ਨੇ। ਦੂਜੇ ਪਾਸੇ ਬਾਦਲ ਪਿੰਡ ਦੀ ਗੱਲ ਆ, ਉਹ ਲੋਕ ਜਿਹੜੇ ਆ ਇਹਨਾਂ ਦੇ ਨਾਲ ਪੁਰਾਣੇ ਜੁੜੇ ਆ, ਉਹ ਇਹਨਾਂ ਦੀਆਂ ਚਾਲਾਂ ਨਹੀਂ ਸਮਝ ਸਕਦੇ ਵੀ। ਮੈਂ ਇਹ ਗੱਲ ਦਾ ਕੋਈ ਲੁਕਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਹਰ ਬੰਦਾ ਜਿਹੜਾ ਵਾ ਆਪਣੇ ਪਿੰਡ ਦਾ ਥੋੜ੍ਹਾ ਬੜਾ ਸੁਧਾਰ ਕਰਦਾ, ਭਾਵੇਂ ਬਾਕੀ ਦੇ ਪਿੰਡਾਂ 'ਚ ਛੱਪੜ ਜਿਹੜੇ ਉੱਦਾਂ ਹੀ ਲੱਗੇ ਰਹਿਣ। ਸੋ ਉਹਨਾਂ ਮਤਲਬ ਆਪਣਾ ਰਸਲ ਸੂਖ ਪਾ ਕੇ ਇਹ ਜਿਹੜਾ ਵਾ ਉਹਨਾਂ ਧਰਨੇ ਚੁਕਾਏ ਆ। ਪਟਿਆਲਾ ਤੋਂ ਕੈਪਟਨ ਸਾਹਿਬ ਨੇ ਕੀਤਾ, ਕਿਉਂਕਿ ਜਦੋਂ ਜ਼ਿਆਦਾ ਆਵਾਜ਼ ਆਉਂਦੀ ਆ ਤੇ ਹਮੇਸ਼ਾ ਜਿਹੜੇ ਪਿੰਡ ਦੇ ਮੋਢੀ ਬੰਦੇ ਹੁੰਦੇ ਉਹਨਾਂ ਤੇ ਗੱਲ ਆਉਂਦੀ ਆ। ਅੱਜ ਜਿਹੜੀ ਬਾਰ-ਬਾਰ ਗੱਲ ਆਉਂਦੀ ਆ, ਸਾਡਾ ਗੁੱਸਾ
ਮੋਦੀ ਸਾਹਿਬ ਤੇ ਇੰਨਾ ਨੀਗਾ ਜਿੰਨਾ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਤੇ ਆ, ਜਿਹੜੇ ਸਾਡੇ ਪੰਜਾਬ ਦੇ ਪਹਿਲੇ ਸੀਐਮ ਰਹਿ ਚੁੱਕੇ ਆ, ਕਿਉਂਕਿ ਇਹਨਾਂ ਸਾਨੂੰ ਧੋਖੇ ਦੇ ਵਿੱਚ ਰੱਖਿਆ। ਕੀ ਕੈਪਟਨ ਸਰਦਾਰ ਅਮਰਿੰਦਰ ਸਿੰਘ ਹੋਰਾਂ ਨੂੰ ਨਹੀਂ ਸੀ ਪਤਾ ਵੀ ਆਰਡੀਨੈਂਸ ਆਉਂਦਾ ਤੇ ਇਹਦੇ ਬਿੱਲ ਕੀ ਆ, ਇਹਦੇ ਵਾਅਦੇ ਘਾਟੇ ਕੀ ਆ? ਅਸੀਂ ਕਿਉਂ ਚੁਣ ਕੇ ਉਹਨਾਂ ਨੂੰ ਭੇਜਦੇ ਹਾਂ? ਗੱਲ ਲੋਕਤੰਤਰ ਦੀ ਗੱਲ ਚੱਲਦੀ ਆ। ਕੀ ਇਹਨਾਂ ਨੂੰ ਮਤਲਬ ਜਿਤਾਇਆ ਨਹੀਂਗਾ ਪੰਜਾਬ ਦੇ ਲੋਕਾਂ ਨੇ? ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਪੰਜਾਬ ਦੇ ਹਿੱਤਾਂ ਦੇ, ਪੰਜਾਬ ਦੇ ਕਿਸਾਨਾਂ ਵਾਸਤੇ ਉਹਨਾਂ ਦੇ ਹੱਕ ਦੀ ਗੱਲ ਕਰਨੀ? ਪਰ ਇਹ ਨਹੀਂ ਕਰਦੇ। ਪਰ ਇਹ ਗੱਲ ਭੁੱਲ ਜਾਣ ਕਿ ਮਤਲਬ ਜੇ ਇਹਨਾਂ ਦੋਵਾਂ ਪਿੰਡਾਂ 'ਚੋਂ ਮਤਲਬ ਲੰਬੀ ਤੋਂ, ਬਾਦਲ ਤੋਂ ਜਾਂ ਪਟਿਆਲੇ ਤੋਂ ਧਰਨੇ ਚੁਕਾਤੇ ਆ, 25 ਤਰੀਕ ਨੂੰ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਕਿਸਾਨਾਂ ਦਾ ਕੀ ਰੋਸ ਆ। ਜੇ ਨਹੀਂ ਤੇ ਇਹ ਤੋਂ ਸੰਘਰਸ਼ ਅੱਗੇ ਲੰਬਾ ਹੋ ਸਕਦਾ, ਕਿਉਂਕਿ ਲੋਕ ਸਿਆਣੇ ਹੋ ਚੁੱਕੇ ਆ, ਲੋਕ ਸਮਝਦਾਰ ਆ, ਉਹ ਜਾਗ ਚੁੱਕੇ ਆ। ਇਹਨਾਂ ਨੂੰ ਅਜੇ ਇਹੋ ਭੁਲੇਖਾ ਕਿ ਸ਼ਾਇਦ ਅਸੀਂ ਜਿਹੜੀਆਂ ਪੁਰਾਣੀਆਂ ਫੁੱਲੀਆਂ ਪਾ ਕੇ ਲੋਕਾਂ ਨੂੰ ਮਤਲਬ ਵਰਗਾ ਲੈਂਦੇ ਸੀ, ਉਹ ਕੰਮ ਹੁਣ ਲੰਘ ਚੁੱਕਾ ਵਾ। ਮੈਂ ਬੇਨਤੀ ਕਰਦਾ ਵਾਂ ਇਹਨਾਂ ਸਾਰੇ ਸਾਡੇ ਜਿਹੜੇ ਮੋਢੀ ਆ ਕਿ ਆਪ ਅੱਗੇ ਆਓ। ਹੁਣ ਇਹ ਕੋਸ਼ਿਸ਼ਾਂ ਨਾ ਕਰੋ ਕਿ ਉਹਨਾਂ ਦੇ ਬਾਦਲ ਪਿੰਡ ਤੋਂ ਜਾਂ ਪਟਿਆਲੇ ਤੋਂ ਧਰਨੇ ਚੁਕਾ ਕੇ ਤੇ ਕਾਮਯਾਬ ਹੋ ਜਾਣਗੇ। ਹੁਣ ਉਹ ਜਿਹੜਾ ਵਾ ਕਿਸਾਨ ਜਾਗ ਚੁੱਕਾ ਵਾ, ਆਪਣੇ ਹੱਕਾਂ ਦੀ ਰਾਖੀ ਕਰਨੀ ਜਾਣਦਾ ਵਾ, ਆਪਣੇ ਹੱਕ ਲੈਣੇ ਜਾਣਦਾ ਵਾ। ਜੇ ਇਹ ਸਾਨੂੰ ਇਹ ਕਹਿੰਦੇ ਕਿ ਤੁਸੀਂ ਜਿਨਸਾਂ ਆਪਣੀ ਮਰਜ਼ੀ ਨਾਲ ਵੇਚੋ, ਇੱਕ 5 ਕਿੱਲੇ ਵਾਲਾ ਕਿਸਾਨ ਕੀ ਬੀਜੂਗਾ? ਉਹ ਕਣਕ ਬੀਜੂਗਾ ਜੀ, ਸਬਜ਼ੀ ਬੀਜੂਗਾ, ਡੰਗਰਾਂ ਵਾਸਤੇ ਪੱਠੇ ਬੀਜੂਗਾ ਕਿ ਕਮਾਦ ਬੀਜੂਗਾ? ਕਿਹੜੀ ਫਸਲ ਲਾਊਗਾ ਤੇ ਕਿੱਥੇ ਜਾ ਕੇ ਵੇਚੂਗਾ? ਸੋ ਇਹ ਗੱਲਾਂ ਬਿਲਕੁਲ ਕਹਿਣ ਦੀਆਂ ਸਿਰਫ ਧੋਖੇ 'ਚ ਰੱਖਣ ਦੀਆਂ ਵਾ। 25 ਤਰੀਕ ਨੂੰ ਪਤਾ ਲੱਗ ਜੂਗਾ ਕਿ ਮਤਲਬ ਇਹ ਸੰਘਰਸ਼ ਦਾ ਕੀ ਬਣਦਾ। ਜੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸੰਘਰਸ਼ ਆ, ਇਹਨੂੰ ਲੰਬੀ ਲੜਾਈ ਦੇ ਵਿੱਚ ਲਿਆ ਜਾਊਗਾ। ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਜਿਹੜੇ ਗੀਤਕਾਰ ਜਿਹੜੇ ਸੀ, ਜਿਹੜੇ ਗਾਣੇ ਗਾਉਂਦੇ ਸੀ, ਉਹ ਅੱਗੇ ਜਿਹੜੇ ਮਤਲਬ ਸਿਰਫ ਜੱਟਾਂ ਨੂੰ ਫਾਇਦੇ ਤੱਕ ਤੋਰਦੇ ਸੀ, ਅੱਜ ਉਹਨਾਂ ਨੇ ਵੀ ਆਪਣੀਆਂ ਮਤਲਬ ਫੇਸਬੁੱਕਾਂ 'ਤੇ ਪਾਇਆ ਕਿ ਆਓ ਕਿਸਾਨਾਂ ਦੀ ਗੱਲ ਕਰੀਏ, ਜ਼ਿਮੀਂਦਾਰਾਂ ਦੀ ਗੱਲ ਕਰੀਏ, ਜਿਨਸ ਦੀ ਗੱਲ ਕਰੀਏ। ਜਿੰਨੇ ਦਫ਼ਤਰਾਂ 'ਚ ਕੰਮ ਕਰਦੇ ਆ, ਜਿੰਨੇ ਟੀਚਰ ਆ, ਜਿੰਨੇ ਪੁਲਿਸ ਅਫਸਰ ਆ, ਜਿੰਨੇ ਆਰਮੀ 'ਚ ਆ, ਜਿੰਨੇ BSF ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਆ, ਉਹ ਸਾਰੇ ਰੋਟੀ ਤੋਂ ਬਗੈਰ ਨਹੀਂ ਸੌਂਦੇ, ਸਾਰੇ ਰੋਟੀ ਖਾਂਦੇ ਆ। ਮੈਂ ਤੁਹਾਡੇ ਮਾਧਿਅਮ ਦੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਵੀਰੋ, ਅੱਜ ਲੋੜ ਆ ਕਿਸਾਨ ਨੂੰ ਤੁਹਾਡੀ। ਕਿਸਾਨ ਤੁਹਾਨੂੰ 3 ਟਾਈਮ ਦਾ ਪ੍ਰਸ਼ਾਦਾ ਛਕਾਉਂਦਾ ਵਾ। ਅੱਜ ਲੋੜ ਆ ਤੁਹਾਡੀ। ਤੁਸੀਂ ਕਿਤੇ ਬੈਠੇ ਹੋ, ਤੁਸੀਂ ਹਰ ਚੀਜ਼ ਤੋਂ ਬਗੈਰ ਰਹਿ ਸਕਦੇ ਹੋ। ਸ਼ਰਾਬ ਦਾ ਮੁੱਲ, ਸ਼ਰਾਬ ਤੁਸੀਂ ਪੀਂਦੇ ਜੇ, ਹਰ ਚੀਜ਼ ਖਾਂਦੇ ਜੇ, ਮੀਟ ਖਾਂਦੇ ਜੇ, ਉਹਨਾਂ ਚੀਜ਼ਾਂ ਤੋਂ ਬਗੈਰ ਰਹਿ ਸਕਦੇ ਹੋ। ਪਰ ਬ੍ਰੈਡ ਤੇ ਰੋਟੀ ਤੋਂ ਬਗੈਰ ਤੁਸੀਂ ਨਹੀਂ ਰਹਿ ਸਕਦੇ। ਬ੍ਰੈਡ ਵੀ ਕਿਸਾਨ ਬਣਾਉਂਦਾ ਤੇ ਆਟਾ ਵੀ ਕਿਸਾਨ ਬਣਾਉਂਦਾ ਵਾ। ਆਓ ਸਾਥ ਦਿਓ ਕਿਸਾਨਾਂ ਦਾ, ਕਿਉਂਕਿ ਦਾਲ ਸਬਜ਼ੀ ਤੋਂ ਬਗੈਰ ਜਿਹੜੀ ਆ ਆਦਮੀ ਦੀ ਜ਼ਿੰਦਗੀ ਜਿਹੜੀ ਅਧੂਰੀ ਆ, ਨਹੀਂ ਜੀ ਸਕਦਾ। ਮੈਂ ਉਹਨਾਂ ਇਕੱਲੇ ਨੂੰ ਇਹ ਤੁਹਾਡੇ ਮਾਧਿਅਮ ਦੇ ਥਰੂ ਮੈਸੇਜ ਪਹੁੰਚਾਉਣਾ ਕਿ ਆਓ, ਅੱਜ ਲੋੜ ਆ ਕਿਸਾਨ ਨੂੰ। ਕਿਸਾਨ ਪਿਛਲੇ 73 ਸਾਲ ਤੋਂ ਇੱਦਾਂ ਦਾ ਕਦੀ ਕੋਈ ਬਿੱਲ ਨਹੀਂ ਆਇਆ। ਅੱਜ ਇਸ ਬਿੱਲ ਦੀ ਕੀ ਲੋੜ ਪੈ ਗਈ? ਅੱਜ ਕਰੋਨਾ ਕਰਕੇ ਕਿੰਨੀ ਦੁਨੀਆ ਮਰਨ ਰਹੀ ਆ, ਪਰ ਮੋਦੀ ਸਾਹਿਬ ਨੇ ਇਹ ਨਹੀਂ ਸੋਚਿਆ ਕਿ ਇਹ ਜਿਹੜਾ ਹਾਲਾਤ ਕਿੱਦਾਂ ਦੇ ਜਾਣ ਰਹੇ ਆ ਕੰਟਰੀ ਦੇ ਵਿੱਚ। ਅਮਰੀਕਾ ਨੰਬਰ 1 ਸੀ, ਪਰ ਬਹੁਤਾ ਲੰਬਾ ਸਮਾਂ ਨਹੀਂਗਾ। ਜਦੋਂ ਇਹ ਕਰੋਨਾ ਦੀ ਮਾਰ ਜਿਹੜੀ ਆ, ਇਹ ਨੰਬਰ 1 ਤੇ ਇੰਡੀਆ ਅਮਰੀਕਾ ਨੂੰ ਬੀਟ ਕਰੂਗਾ। 96 ਹਜ਼ਾਰ ਤੱਕ ਕਰੋਨਾ ਦੇ ਕੇਸ ਹੁੰਦੇ ਆ। ਇਹਨਾਂ ਨੂੰ ਨਹੀਂ ਪਤਾ, ਕਿਸਾਨਾਂ ਨੂੰ ਇਸ ਚੀਜ਼ ਦਾ ਪਤਾ ਵਾ ਕਿ ਅਸੀਂ ਮਰਾਂਗੇ, ਬਿਮਾਰ ਵੀ ਹੋਵਾਂਗੇ, ਪਰ ਆਪਣਾ ਜਿਹੜਾ ਹੱਕ ਆ ਉਹ ਕੋਈ ਗਵਾਉਣਾ ਨਹੀਂ ਚਾਹੁੰਦਾ। ਅੱਜ ਜਾਗ ਚੁੱਕੇ ਆ। ਸੋ ਮੈਂ ਚਾਹੁੰਦਾ ਕਿ ਤੁਹਾਡੇ ਰਾਹੀਂ ਮੈਸੇਜ ਭੇਜਣਾ ਚਾਹੁੰਦਾ ਵੀ ਜਿਹੜੇ ਲੋਕ ਇਹ ਸੋਚਦੇ ਆ, ਮੇਰੇ ਕਿਸਾਨ ਭਰਾ, ਕਿ ਬਾਦਲ ਚੋਂ ਤੇ ਜਾਂ ਪਟਿਆਲੇ ਤੋਂ ਧਰਨੇ ਜਿਹੜੇ ਠੰਡੇ ਪੈ ਗਏ ਆ, ਉਹਨਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਆਪਣਾ ਝੰਡਾ ਜਿਹੜਾ ਬੁਲੰਦ ਕਰੋ ਤੇ ਆਪਾਂ ਇਹ ਆਵਾਜ਼ ਨੂੰ ਨਿਰੰਤਰ ਰੱਖਣਾ ਵਾ ਜਿੰਨੀ ਦੇਰ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ ਜੀ। ਠੀਕ ਹੈ। ਜਦ ਕਿਤੇ ਨਾ ਕਿਤੇ ਜਿਵੇਂ ਦਵਿੰਦਰ ਜੀ ਕਹਿ ਰਹੇ ਨੇ ਕਿ ਜਿਸ ਪਾਸੇ ਹਵਾ ਚੱਲਦੀ ਹੈ ਉਸ ਪਾਸੇ ਹੀ ਸਿਆਸੀ ਆਗੂ ਹੋ ਤੁਰਦੇ ਨੇ। ਪਹਿਲਾਂ ਕੁਝ ਹੋਰ ਕਹਿ ਰਹੇ ਸੀ, ਅੱਜ ਕੁਝ ਹੋਰ ਕਹਿ ਰਹੇ ਨੇ। ਸੋ ਇਹ ਸੰਘਰਸ਼ ਜਿਹੜਾ ਹੁਣ ਹੌਲੀ ਹੌਲੀ ਸਿਆਸਤ ਦਾ ਸ਼ਿਕਾਰ ਹੁੰਦਾ ਜਾ ਰਿਹਾ, ਕਿਉਂਕਿ ਕੁਝ ਲੋਕ ਤਾਂ ਇਹ ਵੀ ਕਹਿੰਦੇ ਵਿਖਾਈ ਦੇ ਰਹੇ ਨੇ ਕਿ ਇਹ ਤਾਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ, ਕਿਉਂਕਿ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੁਝ ਕਿਸਾਨ ਹੀ ਇਹਨਾਂ ਅੰਦੋਲਨਾਂ ਵਿੱਚ ਸ਼ਾਮਿਲ ਹੋ ਰਹੇ ਨੇ। ਬਾਕੀ ਜਿਹੜੇ ਕਿਸਾਨਾਂ ਨੂੰ ਤਾਂ ਬੇहद ਚੰਗੀ ਖਾਸੀ ਸਮਝ ਹੈ। ਕਿਹਾ ਇਹ ਵੀ ਜਾ ਰਿਹਾ ਕਿ ਆ ਜਿਹੜੇ ਕਿਸਾਨਾਂ ਦੇ ਨਾਂ ਤੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ, ਇਹ ਤਾਂ ਉਹਨਾਂ ਧਿਰਾਂ ਦੇ ਵਰਕਰ ਨੇ ਜੋ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਤੁਸੀਂ ਕੀ ਕਹਿਣਾ ਚਾਹੋ? ਗੁਰਬਾਣੀ ਸਾਹਿਬ, ਦੇਖੋ ਅਸਲ 'ਚ ਹੁੰਦਾ ਇਹ ਆ ਕਿ ਲੋਕ ਲੀਡਰ ਚੁਣਦੇ ਆ, ਲੋਕਾਂ ਦੀ ਅਗਵਾਈ ਕਰਨੀ ਹੁੰਦੀ ਆ। ਪਰ ਪੰਜਾਬ ਦੇ, ਕਹਿ ਲਓ ਇੰਡੀਆ ਦੇ ਮਾਮਲੇ ਦੇ ਵਿੱਚ ਜਿਹੜੇ ਲੀਡਰ ਆ, ਉਹ ਹਮੇਸ਼ਾ ਹੀ ਡੰਗ ਟਪਾਊ ਕੰਮ ਚਲਾਉਂਦੇ ਆ। ਉਹਨਾਂ ਦੀ ਅਗਵਾਈ ਡੰਗ ਟਪਾਊ ਹੁੰਦੀ ਆ। ਅੱਜ ਜਿਹੜੇ ਲੀਡਰ ਕਹਿ ਰਹੇ ਆ ਕਿ ਅਸੀਂ ਕਿਸਾਨਾਂ ਦੀ ਹਰ ਕੁਰਬਾਨੀ ਕਰਨ ਲਈ ਤਿਆਰ ਆ, ਜਦੋਂ ਕਿਸਾਨਾਂ ਦੇ ਪਹਿਲਾਂ ਹੱਕ ਲੁੱਟੇ ਗਏ ਆ, ਤੇ ਜਦੋਂ ਕਿਸਾਨਾਂ ਹਾਲਾਤਾਂ ਨੇ ਜਦੋਂ ਕਿਸਾਨਾਂ ਨੂੰ ਇੱਥੋਂ ਤੱਕ ਲਿਆਂਦਾ ਕਿ ਉਹਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਾ ਪਿਆ, ਜਦੋਂ ਇਹ ਹਾਲਾਤ ਬਣਦੇ ਸੀ ਉਦੋਂ ਇਹ ਲੀਡਰ ਕਿੱਥੇ ਸੀ? ਦੂਜੀ ਗੱਲ,
ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹਨਾਂ ਦਾ 2 2 ਤੋਂ 3 3 ਤੋਂ 15 ਤੇ 15 ਤੋਂ 21 ਹੋਣਾ ਦੱਸਦਾ ਹੈ ਕਿ ਕਿਸਾਨ ਏਕਤਾ ਨੂੰ ਇੱਕ ਇੱਕ ਕਰਕੇ ਤੋੜਿਆ ਗਿਆ, ਉਹਨਾਂ ਨੂੰ ਤਿਲ ਤਿਲ ਮਰਨ ਲਈ ਮਜਬੂਰ ਕੀਤਾ ਗਿਆ, ਕਿਸਾਨਾਂ ਦੀ ਤਾਕਤ ਨੂੰ ਵੰਡਿਆ ਗਿਆ ਤਾਂ ਕਿ ਉਹ ਕੋਈ ਇੱਕ ਫੈਸਲਾ ਨਾ ਲੈ ਸਕਣ। ਮੈਨੂੰ ਇਹ ਕਹਿਣ 'ਚ ਕੋਈ ਹਿਚਕਿਚਾਹਟ ਨਜ਼ਰ ਨਹੀਂ ਆਉਂਦੀ ਕਿ ਜਿੰਨਾ ਕੁ ਮੈਂ ਜਾਣਦਾ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਪੋਲੀਟੀਕਲ ਵਿੰਗ ਹੈ। ਸੋ ਇਹ ਇਹਨਾਂ ਦੀ ਕਮਾਂਡ ਜਿਹੜੀ ਬੇਸਿਕਲੀ ਪੋਲੀਟੀਕਲ ਪਾਰਟੀਆਂ ਦੀ ਆ, ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਰਾਜਨੀਤਿਕਾਂ ਦੇ ਹੈ। ਨਹੀਂ ਤਾਂ ਜੇਕਰ ਅਸਲੀ ਤਾਕਤ ਕਿਸਾਨ ਦੇ ਕੋਲ ਹੁੰਦੀ ਤਾਂ ਅੱਜ ਕਿਸਾਨ ਖੁਦਕੁਸ਼ੀ ਨਾ ਕਰਦਾ। ਅੱਜ ਜੇਕਰ ਕਿਸਾਨ ਇਹ ਮੋਰਚੇ ਚੱਕ ਕੇ ਸਾਰਾ ਕੁਝ ਛੱਡਾ ਕੇ ਲੋਕ ਜੇ ਘਰਾਂ ਨੂੰ ਚਲੇ ਜਾਣ ਤਾਂ ਸਭ ਕੁਝ ਠੀਕ ਹੋ ਜਾਣਾ। ਇਹਨਾਂ ਲੀਡਰਾਂ ਦੇ ਲਈ ਕੋਈ ਸਮੱਸਿਆ ਨਹੀਂ ਗੀ। ਅਸਲ ਦੇ ਵਿੱਚ ਲੀਡਰ ਲੱਗਦੇ ਹੁੰਦੇ ਆ, ਪਰ ਇੱਥੇ ਉਲਟ ਹੋ ਰਿਹਾ ਕਿ ਲੋਕ ਘਰਾਂ ਤੋਂ ਨਿਕਲੇ, ਖਾਸ ਤੌਰ ਤੇ ਬਾਦਲਾਂ ਨੇ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਭਾਈਵਾਲੀ ਆ, ਉਹਨਾਂ ਨੇ ਲੋਕਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਵੱਲੋਂ ਪੂਰਾ ਟਿਲ ਲਾਇਆ ਉਹਨਾਂ ਨੇ। ਪਰ ਜਦੋਂ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਲੋਕ ਆ ਉਹ ਸੜਕਾਂ ਤੇ ਆਉਣ ਲਈ ਮਜਬੂਰ ਹੋ ਗਏ, ਸੜਕਾਂ ਤੇ ਆ ਗਏ ਆ, ਤਾਂ ਉਹਨਾਂ ਨੇ ਯੂ ਟਰਨ ਮਾਰੀ। ਇੱਥੋਂ ਪਤਾ ਲੱਗਦਾ ਕਿ ਜਿਹੜੇ ਲੀਡਰ ਆ ਉਹ ਡੰਗ ਟਪਾਊਗਾ, ਬਹਾਨੇਬਾਜ਼ ਆ, ਲੋਕਾਂ ਦੇ ਹੱਕ ਵਿੱਚ ਨਹੀਂ ਗਏ। ਦੂਜੀ ਗੱਲ, ਜਿਹੜੇ ਲੀਡਰ ਅੱਜ ਕਹਿ ਰਹੇ ਆ ਕਿਸਾਨਾਂ ਲਈ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਆ, ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਕਿਸਾਨਾਂ ਦੇ ਲਈ ਸਿਰਫ ਜਿਹੜੇ 3 ਬਿੱਲ ਹੋਏ ਆ ਕਿ ਇਹੀ ਉਹਨਾਂ ਲਈ ਮਾਰੂ ਆ? ਜੋ ਕੁਝ ਪਹਿਲਾਂ ਹੋਇਆ ਜਾਂ ਕਿਸਾਨਾਂ ਦੇ ਹੱਕ ਲੁੱਟੇ ਗਏ, ਪੰਜਾਬ ਦਾ ਪਾਣੀ ਲੁੱਟਿਆ ਗਿਆ, ਪੰਜਾਬ ਦੇ ਪਾਣੀ ਨੂੰ ਪੋਲਿਊਟ ਕੀਤਾ ਗਿਆ, ਪੰਜਾਬ ਦੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਗਿਆ, ਉਹ ਪੀਣ ਯੋਗ ਨਹੀਂ ਰਿਹਾ। ਜਦੋਂ ਇਹ ਸਭ ਪਤਾ ਹੈ ਕਿ ਆਉਣ ਵਾਲੇ 15 ਸਾਲਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਪਾਣੀ ਹੋ ਜਾਣਾ, ਪੀਣ ਯੋਗ ਤਾਂ ਹੈ ਹੀ ਨਹੀਂਗਾ, ਪੀਣ ਲਈ ਤਾਂ ਤੁਸੀਂ ਕਿਤੇੋਂ ਬਾਏ ਕਰ ਲਓਗੇ, ਲੈ ਲਓਗੇ। ਪਰ ਜਿਹੜੀਆਂ ਕਿਸਾਨਾਂ ਦੀਆਂ ਅੱਜ ਜ਼ਮੀਨਾਂ 10 20 30 ਲੱਖ ਨੂੰ ਕਿੱਲਾ ਕਿਤੇ ਨਾ ਕਿਤੇ ਵਿਕਦੀ ਆ, ਆਉਣ ਵਾਲੇ 1520 ਸਾਲਾਂ ਵਿੱਚ ਇਹਨਾਂ ਦੀ ਕੀਮਤ 1000 ਕੌਡੀਆਂ ਦੇ ਭਾਅ ਨਹੀਂ ਪੁੱਛਣੀ। ਇਹ ਗੱਲ ਕਿਸਾਨਾਂ ਨੂੰ ਵੀ ਪਤਾ। ਔਰ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਪਿਛਲੇ 2 ਦਹਾਕਿਆਂ ਦੇ ਵਿੱਚ ਕੀ ਰੋਲ ਹੈ ਇਹਦੇ ਬਾਬਤ ਮੈਂ ਜਿਹੜੀ ਗੱਲ ਕਹੀ ਆ ਕਿ ਇਹ ਕਿਸਾਨ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਦੇ ਪੋਲੀਟੀਕਲ ਵਿੰਗ ਬਣ ਕੇ, ਉਹਨਾਂ ਦੇ ਲੈਫਟੈਨੈਂਟ ਬਣ ਕੇ, ਉਹਨਾਂ ਦੇ ਹੁਕਮ ਤੇ ਕੰਮ ਕਰਦੀਆਂ। ਜਿਹੜੀਆਂ ਮੰਗਾਂ ਮਨਾਉਣ ਦੇ ਲਈ, ਇਹਨਾਂ ਬਿੱਲਾਂ ਨੂੰ ਕੈਂਸਲ ਕਰਵਾਉਣ ਦੇ ਲਈ, ਰੱਦ ਕਰਵਾਉਣ ਦੇ ਲਈ ਜਿਹੜੀ ਮੁਹਿੰਮ ਹੁਣ ਵਿੱਢੀ ਗਈ ਆ, ਇਹ ਲੀਡਰ ਲੋਕ ਕਿਉਂ ਨਹੀਂ ਉਹਦੇ ਵਿੱਚ ਇਹ ਮੰਗਾਂ ਸ਼ਾਮਲ ਕਰਕੇ, ਖਾਸ ਤੌਰ ਤੇ ਰਾਜਸਥਾਨ ਤੇ ਨਾਲ ਹਰਿਆਣਾ ਹੁਣ ਤੱਕ ਲੁੱਟੇ ਗਏ ਪਾਣੀ ਦਾ ਹਿਸਾਬ ਦੇਵੇ, ਜਿਹੜਾ ਕਿ ਇੱਕ ਐਸਟੀਮੇਟ 14.5 ਲੱਖ ਕਰੋੜ ਰੁਪਈਆ, ਜਿਹੜਾ 1-2 ਪੋਲੀਟੀਕਲ ਪਾਰਟੀਆਂ ਨੇ ਉਹਦਾ ਜ਼ਿਕਰ ਕੀਤਾ ਸੀ। ਮੈਂ ਨਾਂ ਨਹੀਂ ਲੈਣਾ, ਨਹੀਂ ਤਾਂ ਫਿਰ ਲੱਗਣ ਲੱਗ ਪੈਂਦਾ ਵੀ ਇਹ ਫਲਾਨੀ ਪਾਰਟੀ ਨਾਲ ਸੰਬੰਧਿਤ ਆ। ਮੈਂ ਬਿਲਕੁਲ ਨਿਰਪੱਖ ਹੋ ਕੇ ਗੱਲ ਕਹਿਣਾ, ਕਿਸੇ ਪਾਰਟੀ ਨਾਲ ਸੰਬੰਧ ਨਹੀਂ। ਪਰ ਜਿੰਨੀਆਂ ਵੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜੋ ਸੁਹਿਰਦ ਹੋਣ, ਚਾਹੇ ਉਹ ਕੈਪਟਨ ਹੈ ਸੁਖਬੀਰ ਬਾਦਲ ਹੈ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੈ, ਚਾਹੇ ਉਹ ਬੈਂਸ ਭਰਾ ਆ, ਚਾਹੇ ਖਹਿਰਾ ਹੈ, ਚਾਹੇ ਨਵਜੋਤ ਸਿੱਧੂ ਆ, ਜਿਹੜੇ ਵੀ ਹੋਰ ਭਗਵੰਤ ਮਾਨ, ਜਿੰਨੇ ਵੀ ਲੀਡਰ ਹੈ, ਕਿ ਇਹ ਇਮਾਨਦਾਰੀ ਦੇ ਨਾਲ ਜੇਕਰ ਇਹਨਾਂ ਨੇ ਪੰਜਾਬ ਨੂੰ 2 ਦਿਨ ਲਈ ਜਾਂ 4 ਦਿਨ ਲਈ ਜਾਂ 5 ਸਾਲ ਲਈ ਬਚਾਉਣਾ, ਉਹ ਵੱਖਰੀ ਗੱਲ ਹੈ। ਜੇਕਰ ਇਹਨਾਂ ਨੇ ਕਿਸਾਨ ਨੂੰ ਜਿਉਂਦਾ ਰੱਖਣਾ, ਉਹਦਾ ਹੱਕ ਦਿਵਾਉਣਾ, ਉਹਨੂੰ ਕਰਜ਼ੇ ਹੇਠੋਂ ਕੱਢਣਾ, ਪੰਜਾਬ ਨੂੰ ਡੁੱਬਣ ਤੋਂ ਬਚਾਉਣਾ, ਜਿਹੜਾ ਕਿ ਸਾਨੂੰ ਦਿਸ ਰਿਹਾ ਕਿ ਆਉਂਦੇ 15 ਸਾਲਾਂ 'ਚ ਉਹ ਡੁੱਬਣ ਜਾ ਰਿਹਾ। ਜੇਕਰ ਪੰਜਾਬ ਨੂੰ ਡੁੱਬਣ ਤੋਂ ਬਚਾਉਣਾ ਤਾਂ ਜਿਹੜਾ ਪੰਜਾਬ ਦਾ ਹੁਣ ਤੱਕ ਹੱਕ ਲੁੱਟੇ ਗਏ, ਪਾਣੀ ਲੁੱਟਿਆ ਗਿਆ, ਉਹਦਾ ਜਿਹੜਾ ਜਿੰਨਾ ਵੀ ਪੈਸਾ ਬਣਦਾ ਲੱਖਾਂ ਕਰੋੜਾਂ ਦੇ ਵਿੱਚ, ਉਹ ਲਿਆ ਜਾਵੇ। ਲੈ ਕੇ ਪੰਜਾਬ ਦੀ ਕਿਸਾਨੀ ਆ, ਇਹਨੂੰ ਨਵੀਂ ਸੇਧ ਦਿੱਤੀ ਜਾਵੇ। ਤਾਂ ਫਸਲੀ ਚੱਕਰ ਜਿਹੜਾ ਹੈ ਝੋਨਾ ਤੇ ਕਣਕ, ਉਹਦੇ ਵਿੱਚੋਂ ਕਿਸਾਨ ਨੂੰ ਕੱਢਿਆ ਜਾਵੇ, ਪਾਣੀ ਦੇ ਹੋਰ ਬਦਲਵੇਂ ਪ੍ਰਬੰਧ ਕੀਤੇ ਜਾਣ। ਇਹ ਸਾਰੇ ਕੰਮ ਕਰਨ ਵਾਲੇ ਆ, ਕਿਉਂ ਨਹੀਂ ਕਰ ਰਹੇ? ਕਿਉਂਕਿ ਲੋਕਾਂ ਨੂੰ ਪਤਾ ਕਿ ਮੋਰਚਾ ਹੁਣ ਜਸਨ ਜੀ ਜਿਹੜੀਆਂ ਤੁਸੀਂ ਮੰਗਾਂ ਕਰ ਰਹੇ ਹੋ ਨਾ, ਮੈਨੂੰ ਲੱਗਦਾ ਕਿ ਕਈ ਸਰਕਾਰਾਂ ਆਉਣਗੀਆਂ ਤੇ ਜਾਣਗੀਆਂ, ਇਹ ਮੰਗਾਂ ਜਿਹੜੀਆਂ ਨੇ ਇਹ ਇਸੇ ਤਰ੍ਹਾਂ ਹੀ ਰਹਿਣਗੀਆਂ। ਪਰ VM ਸਿੰਘ ਜੀ, ਲਗਾਤਾਰ ਜੇਕਰ ਹੁਣ ਗੱਲ ਕਰੀਏ ਬੰਦ ਦੀ, ਤਾਂ ਬੰਦ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ, ਤੇ ਨਾਲ ਇਹ ਬੰਦ ਸਿਰਫ ਪੰਜਾਬ ਵਿੱਚ ਨਹੀਂ ਬਲਕਿ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਵਿੱਚ ਵੀ ਹੋਏਗਾ। ਇਹ ਤਾਂ ਜ਼ਰੂਰ ਮੰਨਿਆ ਜਾ ਸਕਦਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਦਰਸ਼ਨਾਂ ਦਾ ਅਸਰ, ਬੰਦ ਦਾ ਅਸਰ ਭਾਵੇਂ ਕੁਝ ਘੱਟ ਹੋਵੇ, ਪਰ ਹਰਿਆਣਾ ਅਤੇ ਪੰਜਾਬ ਦਾ ਜਿਹੜਾ ਬੰਦ ਦਾ ਅਸਰ ਹੋਏਗਾ, ਬੰਦ ਦਾ ਸੇਕ ਜਿਹੜਾ ਹੋਏਗਾ, ਪੂਰਾ ਦਿਖਾਈ ਦੇਗਾ। ਅਤੇ ਫਿਰ ਇਸ ਵਿੱਚ ਅੱਗ ਦੇ ਘਿਓ ਦਾ ਕੰਮ ਕਰਨਗੀਆਂ ਸਿਆਸੀ ਪਾਰਟੀਆਂ ਖੁਦ, ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਸਾਡਾ ਸਮਰਥਨ ਕਿਸਾਨਾਂ ਦੇ ਨਾਲ ਹੈ,
ਅਤੇ ਦੂਜੇ ਪਾਸੇ ਹੈ ਸ਼੍ਰੋਮਣੀ ਅਕਾਲੀ ਦਲ, ਜੋ ਕਿ ਕਿਸਾਨਾਂ ਦੇ ਨਾਲ ਹੁਣ ਚੱਕਾ ਜਾਮ ਕਰਨ ਦੀ ਤਿਆਰੀ ਵਿੱਚ ਹੈ। ਸੋ ਸਾਫ਼-ਸਾਫ਼ ਕਿਹਾ ਜਾ ਸਕਦਾ ਹੈ ਕਿ ਜਿਹੜਾ ਹੁਣ ਇਹ ਸਿਆਸੀ ਰੰਗ ਜਿਹੜਾ ਹੈਗਾ ਇਹ ਕਿਸਾਨਾਂ ਦਾ ਸੰਘਰਸ਼ ਦਾ ਹਿੱਸਾ ਬਣ ਚੁੱਕਾ ਹੈ। ਤੁਹਾਨੂੰ ਇੱਕ ਚੀਜ਼ ਮੈਂ ਬੜਾ ਕਲੀਅਰ ਕਰਨਾ ਚਾਹਾਂਗਾ ਜੀ। ਉਹਨੇ ਮੈਂ ਸੁਣਿਆ ਸੀਗਾ ਇਹ ਇੰਪ੍ਰੈਸ਼ਨ ਜਾ ਰਿਹਾ ਹੈ ਜਿਹੜਾ ਇਹ ਅੰਦੋਲਨ ਹੈਗਾ ਇਹ ਪੰਜਾਬ ਤੇ ਹਰਿਆਣਾ ਦਾ ਹੈਗਾ, ਇਹ ਪੂਰੇ ਦੇਸ਼ ਦਾ ਹੈਗਾ। ਭਾਈ ਸਾਹਿਬ ਜਿਹੜੀ ਲੀਡਰਸ਼ਿਪ ਹੈ ਨਾ, ਹੁਣ ਜਿਹੜਾ AIKCC ਚ ਦੇਖ ਰਹੇ ਹੋ, ਇਹਦੀ ਕਾਲ ਸੀਗੀ 9 ਅਗਸਤ 2020 ਨੂੰ ਅਸੀਂ ਇਹ ਕਾਲ ਦਿੱਤੀ ਸੀ, ਉਹਦੇ ਬਾਅਦ ਸਿਆਸੀ ਲੋਕ ਅੰਦਰ ਆਏ ਨੇ। ਅੱਜ ਤੁਸੀਂ 25 ਤਰੀਕ ਨੂੰ ਦੇਖੋਗੇ ਤਾਮਿਲਨਾਡੂ ਵਿੱਚ, ਆਂਧਰਾ ਵਿੱਚ, ਤੇਲੰਗਾਨਾ ਵਿੱਚ 2 ਦਿਨ ਪਹਿਲੇ ਮੀਟਿੰਗ ਹੋਈ ਹੈ। ਕਰਨਾਟਕਾ ਘੱਟੋ ਘੱਟ 20,000 ਆਦਮੀ ਇਕੱਠਾ ਸੀ ਉੱਥੇ। मध्य प्रदेश के अंदर, बिहार के अंदर, उत्तर प्रदेश, पश्चिम उत्तर प्रदेश, हले ਇਹ 14 ਸਤੰਬਰ ਦਿਨ ਦੇਖਿਆ ਇੰਨਾ ਵੱਡਾ ਕੰਮ ਹੋਇਆ, ਕੁਝ ਕਹਿਣ ਦੀ ਹੱਦ ਨਹੀਂ। ਪਰ ਲੋਕਾਂ ਨੂੰ ਆਈਡੀਆ ਹੈਗਾ ਕਿ ਦਿੱਲੀ ਦੇ ਨਾਲ ਲੱਗਦਾ ਹੈ ਪੰਜਾਬ ਹਰਿਆਣਾ, ਇਹ ਸਹੀ ਹੈ। ਪੰਜਾਬ ਹਰਿਆਣਾ ਨੇ ਕਾਲ, ਸਾਡਾ ਜਿਹੜਾ AIKCC ਦਾ ਜਿਹੜਾ ਹੈ ਨਾ ਉੱਥੇ ਚੈਪਟਰ ਪੰਜਾਬ ਦਾ, ਉਹਨੇ ਪਹਿਲੇ ਕਾਲ ਦਿੱਤੀ। ਪਹਿਲੇ ਬਿਲਕੁਲ ਭਾਈ ਸਾਹਿਬ ਨੇ ਠੀਕ ਕਿਹਾ ਜਸਵੰਤ ਸਿੰਘ ਜੀ ਨੇ, ਪਹਿਲੇ 12 ਲੋਕ ਸੀਗੇ, 12 ਜਥੇਬੰਦੀਆਂ ਸੀਗੀਆਂ, ਅੱਜ 31 ਜਥੇਬੰਦੀਆਂ ਹੋ ਗਈਆਂ ਨੇ। ਕੋਈ ਬਾਤ ਨਹੀਂ ਰਹਿ ਰਿਹਾ ਹੈਗਾ। ਪਰ ਮੇਰਾ ਉਹੀ ਹੈਗਾ, ਅਸੀਂ ਕਿਸੇ ਨੂੰ ਇਹਨੂੰ ਸਾਈਡ ਟਰੈਕ ਕਰਨ ਨਹੀਂ ਦੇਣਾ। ਪੂਰੇ ਦੇਸ਼ ਦਾ ਹੈਗਾ। 27 ਤਰੀਕ ਨੂੰ ਫਿਰ ਦਿੱਲੀ ਰਕਾਬਗੰਜ ਸਾਹਿਬ ਅਸੀਂ ਮਿਲ ਰਹੇ ਹਾਂ, ਉੱਥੇ ਜਿਹੜਾ ਹੈਗਾ ਕਾਨਫਰੰਸ ਹਾਲ ਦੇ ਅੰਦਰ ਮੀਟਿੰਗ ਹੋਏਗੀ। ਉਹਦੇ ਬਾਅਦ ਅਸੀਂ ਤੈਅ ਕਰਨਾ ਫਿਊਚਰ ਕੋਰਸ ਆਫ ਐਕਸ਼ਨ। ਇਹ ਨਹੀਂ ਕਿ ਇੱਥੇ ਖਤਮ ਹੋ ਗਿਆ। ਮੈਂ ਸਿੱਧਾ ਕਹਿਣਾ 9 ਅਗਸਤ ਨੂੰ ਅਸੀਂ ਸਟਾਰਟ ਇਸ ਲਈ ਕੀਤਾ ਸੀਗਾ। 9 ਅਗਸਤ ਨੂੰ ਮੇਰੇ ਦਾਦਾ, ਉਹਦੇ ਪਿਓ, ਤੁਹਾਡੇ ਦਾਦਾ, ਤੁਹਾਡੇ ਪੜਦਾਦਾ, ਉਹਨਾਂ ਨੇ 9 ਅਗਸਤ ਨੂੰ ਕਿਹਾ ਸੀ ਕੁਇਕ ਇੰਡੀਆ ਮੂਵਮੈਂਟ ਸੀਗਾ 1942 ਦਾ, ਤੇ 5 ਸਾਲ ਲੜਨ ਦੇ ਬਾਅਦ ਅੰਗਰੇਜ਼ ਗਏ ਸੀਗੇ। ਉਸ ਤਰ੍ਹਾਂ ਹੀ ਜਦ ਤੱਕ ਇਹ ਬਿੱਲ ਨਹੀਂ ਜਾਣਗੇ ਅਸੀਂ ਹਟਣਾ ਨਹੀਂ ਹੈਗਾ। ਹਾਲੇ ਫੋਕਸ ਆ ਇਹ ਬਿੱਲ ਦੇ ਉੱਤੇ, ਆਸ-ਪਾਸ ਨਹੀਂ ਦੇਖ ਰਿਹਾ। ਕਿਉਂਕਿ ਅੱਜ ਦੀ ਤਰੀਕ ਦੇ ਅੰਦਰ ਮੈਂ ਤੁਹਾਨੂੰ ਵੀ ਅਮਰੀਕਾ ਅੰਦਰ ਜਿਹੜੇ ਹੈਗੇ ਨੇ ਲੋਕ, ਕੈਨੇਡਾ ਅੰਦਰ ਲੋਕ ਹੈਗੇ ਨੇ ਜਿਹੜੇ, ਕੈਨੇਡਾ, ਅਮਰੀਕਾ, ਇਟਲੀ, ਨਿਊਜ਼ੀਲੈਂਡ, ਜਿੱਥੇ ਸਾਡੇ ਸਿੱਖ ਭਰਾ ਨੇ, ਤੁਸੀਂ ਲੋਕ ਜੋ ਬਾਹਰ ਹੈਗੇ ਹੋ, ਪਲੀਜ਼ ਆਪਣੇ ਆਪਣੇ ਘਰਾਂ ਨੂੰ ਕਹੋ, ਤੁਹਾਡੀ ਗੱਲ ਜ਼ਿਆਦਾ ਸੁਣਦੇ ਨੇ। ਭਾਈ ਸਾਹਿਬ ਬੋਪਰਾਏ ਨੇ ਉਹਨੇ ਕਿਹਾ, ਜਿੰਨੇ ਸਿੰਗਰਸ ਨੇ ਸਭ ਨੇ ਕਿਹਾ, ਅਪੀਲ ਕੀਤੀ ਹੈਗੀ, ਅਸੀਂ ਵੀ ਆ ਰਹੇ ਹਾਂ। ਬਹੁਤ ਕਹਿੰਦੇ ਨੇ ਅਸੀਂ ਧਰਨੇ ਤੇ ਆਵਾਂਗੇ, ਤੇ ਉਹਨਾਂ ਨੇ ਗਾਣੇ ਵੀ ਬਣਾਏ ਨੇ, ਅਪੀਲ ਵੀ ਕਰ ਰਹੇ ਨੇ। ਤੁਹਾਡੀਆਂ ਅਪੀਲਾਂ ਵੀ ਬਹੁਤ ਬਹੁਤ ਮਾਇਨੇ ਰੱਖਦੀਆਂ ਨੇ। ਤੁਸੀਂ ਅਪੀਲ ਕਰੋਗੇ ਵਾਪਸ, ਤੇ 25 ਤਰੀਕ ਨੂੰ ਹਰ ਆਦਮੀ ਬਾਹਰ ਨਿਕਲੇਗਾ ਅਗਲੇ ਵਾਰ ਜਿਹੜਾ ਹੋਏਗਾ। ਕਿਉਂਕਿ ਅਸੀਂ ਹੁਣ ਆਪਣੇ ਲਈ ਕਰਨਾ ਹੈਗਾ। ਹੁਣ ਕੀ ਹੈਗਾ, ਸਾਡਾ ਘਰ ਚੱਲ ਰਿਹਾ ਹੈਗਾ। ਪਹਿਲੇ ਲੋਕ ਕਹਿੰਦੇ ਸੀਗੇ ਭਾਈ ਸਭ ਦਾ ਹੋਏਗਾ ਤਾਂ ਮੇਰਾ ਵੀ ਹੋ ਜਾਏਗਾ। ਹੁਣ ਘਰ ਚੱਲ ਰਿਹਾ ਹੈਗਾ, ਜਾਂ ਰਾਖ ਬਣਨਾ ਹੈਗਾ, ਉਹਦੇ ਨਾਲ ਰਾਖ ਬਣਨਾ ਹੈਗਾ, ਜਾਂ ਬਾਹਰ ਨਿਕਲਣਾ ਹੈਗਾ। ਇਹ ਹਰ ਕਿਸਾਨ ਨੂੰ ਦੇਖਣਾ ਹੈਗਾ। ਅੱਗੇ ਜੀਵਿਕਾ ਦੇਣੀ ਹੈ। ਬੱਚਿਆਂ ਦੀ ਅੱਜ ਸ਼ਾਦੀ ਨਹੀਂ ਹੋ ਰਹੀ ਹੈਗੀ, ਬੁਰੇ ਹਾਲ ਨੇ। ਕਿ ਘੱਟ ਤੋਂ ਘੱਟ ਕੁਛ ਤਾਂ ਕਰੀਏ ਕਿ ਕੁਝ ਦੇਸ਼ ਨੂੰ, ਕੁਝ ਕੌਮ ਨੂੰ, ਜਿਹੜੀ ਕੌਮ ਹੈਗੀ ਖੇਤੀ ਦੀ ਕੌਮ, ਜਿਹੜੀ ਹੈਗੀ ਕਿਸਾਨੀ ਕੌਮ ਨੂੰ, ਅਸੀਂ ਕੁਝ ਦੇ ਕੇ ਜਾਈਏ। ਇਹ ਮੇਰਾ ਕਹਿਣਾ ਹੈਗਾ ਸਭ ਨੂੰ, ਤੇ ਅਪੀਲ ਤੁਹਾਡੇ ਸਾਰਿਆਂ ਨਾਲ। ਠੀਕ ਹੈ ਦਵਿੰਦਰ ਸਿੰਘ ਜੀ, ਕੀ ਕੋਈ ਲੱਗਦਾ ਤੁਹਾਨੂੰ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਦੀ ਹੈ? ਕਿਉਂਕਿ ਕਿਸਾਨ ਨਾ ਤਾਂ ਪਹਿਲਾਂ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਖੁਸ਼ ਸੀ, ਅਤੇ ਨਾ ਹੀ ਹੁਣ ਜਦੋਂ ਭਾਜਪਾ ਦੀ ਸਰਕਾਰ ਹੈ ਅੱਜ ਖੁਸ਼ ਹੈ। ਅੱਜ ਵੀ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ, ਸੰਘਰਸ਼ ਦਾ ਸਿਲਸਿਲਾ ਜਾਰੀ ਹੈ। ਤਾਂ ਸਵਾਲ ਇਹ ਉੱਠਦਾ ਹੈ ਕਿ ਆਖਰ ਕਿਸਾਨ ਜਾਵੇ ਤਾਂ ਜਾਵੇ ਕਿੱਥੇ? ਕਿਉਂਕਿ ਕਿਸੇ ਵੀ ਸਰਕਾਰ ਤੋਂ ਧਰਵਾਸ ਸਿਰਫ ਭਰੋਸੇ ਹੀ ਮਿਲਦੇ ਨੇ, ਪਰ ਹੱਥ ਕੁਝ ਵੀ ਨਹੀਂ ਆਉਂਦਾ। ਹੱਥ ਹਮੇਸ਼ਾ ਖਾਲੀ ਹੁੰਦੇ ਨੇ, ਝੋਲੀਆਂ ਹਮੇਸ਼ਾ ਖਾਲੀ ਹੁੰਦੀਆਂ ਨੇ। ਪ੍ਰਵਾਨੀ ਜੀ, ਇਸ ਤਰ੍ਹਾਂ ਕਿ ਜੇ ਮੈਂ ਛੋਟੇ ਪੱਧਰ ਦੀ ਗੱਲ ਕਰਾਂ, ਤੇ ਜਦੋਂ ਆਪਾਂ ਪਿੰਡ ਲੈਵਲ ਤੋਂ ਗੱਲ ਕਰੀਏ, ਤੇ ਹਰ ਬੰਦਾ ਜਿਹੜਾ ਉਹਦੀ ਦੌੜ ਸਰਪੰਚ ਤੱਕ ਹੁੰਦੀ ਆ ਕਿ ਇਹ ਬੰਦਾ ਜ਼ਿੰਮੇਵਾਰ ਬੰਦਾ ਵਾ, ਇਹ ਮੋਹਤਬਰ ਬੰਦਾ ਸਾਡੇ ਪਿੰਡ ਦਾ, ਇਹ ਗੱਲ ਕਰੂਗਾ। ਇਹਦੀ ਗੱਲ ਥਾਣੇ 'ਚ ਵੀ ਚੱਲਦੀ ਆ, ਇਹਦੀ ਗੱਲ MLA ਨਾਲ ਵੀ ਹੈਗੀ ਆ, ਇਹਦੀ ਗੱਲ ਚੇਅਰਮੈਨ ਨਾਲ ਵੀ ਹੈਗੀ ਆ। ਗੱਲ ਮੈਂ ਆਉਣੀ ਚਾਹੁੰਦਾ ਸਰਕਾਰ ਤੇ, ਜਿੱਦਾਂ ਤੁਸੀਂ ਕੁਐਸਚਨ ਕੀਤਾ ਕੀ ਕੁਝ ਹੋ ਸਕਦਾ, ਬਹੁਤ ਕੁਝ ਹੋ ਸਕਦਾ। ਨੈਵਰ ਗਿਵ ਅਪ। ਕਿਉਂਕਿ ਜਿੰਨੀ ਦੇਰ ਸਾਡੀਆਂ ਲੋਕਲ ਸਰਕਾਰਾਂ ਆਪਣੇ ਪੰਜਾਬ ਦਾ ਸਾਥ ਨਹੀਂ ਦੇਣਗੀਆਂ, ਉਨੀ ਦੇਰ ਕਾਮਯਾਬੀ ਔਖੀ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਇਹਦੇ ਨਾਲ ਨਾਲ ਮੇਰੇ ਪੰਜਾਬ ਦੇ ਵੀਰ, ਭੈਣ, ਭਰਾ, ਬੱਚੇ, ਬਜ਼ੁਰਗ ਜਿੰਨੀ ਦੇਰ ਆਪਣਾ ਫਰਜ਼ ਨਹੀਂ ਸਮਝਦੇ ਕਿ ਅਸੀਂ ਵੋਟ ਕਿਹਨੂੰ ਪਾਉਣੀ ਆ, ਕਿਸੇ ਨੂੰ ਵੋਟ ਪਾਓ, ਇੱਕ ਚੁਣੋ, ਇੱਕ ਚੁਣਨਾ ਪੈਣਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿੰਨੀ ਦੇਰ ਅਸੀਂ ਆਪਣੀ ਬੁੱਧੀ ਤੋਂ ਕੰਮ ਲੈ ਕੇ ਵੋਟ ਨਹੀਂ ਪਾਉਂਦੇ, ਉਨੀ ਦੇਰ ਸਾਡੀ ਨਹੀਂ ਸੁਣੀ ਜਾਣੀ। ਮੈਂ ਬੇਨਤੀ ਕਰਦਾ ਵਾਂ ਕਿ ਸਰਕਾਰਾਂ ਨੂੰ ਜਗਾਉਣਾ ਸਾਡਾ ਕੰਮ ਆ। ਜੇ ਸਰਕਾਰਾਂ ਸਾਡੇ ਵਾਸਤੇ ਬਣੀਆਂ ਵਾ, ਸਾਡੇ ਕੰਮ ਕਰਨ ਵਾਸਤੇ, ਸਾਨੂੰ ਚੰਗੀ ਸਿਹਤ ਦੇਣ ਵਾਸਤੇ, ਨਾ ਕਿ ਆਪਣਾ ਘਰ ਭਰਨ ਵਾਸਤੇ। ਸੋ ਮੈਂ ਇਹਨਾਂ ਨੂੰ ਮਤਲਬ ਕਲੀਅਰ ਕਰ ਦਿਆਂ ਵਰਮਾਨੀ ਸਾਹਿਬ ਕਿ
ਹਮੇਸ਼ਾ ਕੋਈ ਚੀਜ਼ ਜਿਹੜੀ ਆ ਅਸੰਭਵ ਨਹੀਂ ਹੁੰਦੀ, ਹਰ ਚੀਜ਼ ਸੰਭਵ ਹੁੰਦੀ ਆ ਜੇ ਨੀਤ ਸਾਫ਼ ਹੋਵੇ। ਇਹ ਸਾਡੇ ਜਿਹੜੇ ਪੰਜਾਬ ਦੇ ਲੀਡਰ ਆ ਇਹ ਅੜ ਜਾਣ, ਇਹ ਆਪਣਾ ਫੈਸਲਾ ਲੈਣ, ਕੁਛ ਵੀ ਹੋ ਸਕਦਾ ਵਾ। ਅੱਜ ਵੇਖੋ ਜਿਹੜਾ 25 ਦਾ ਬੰਦ ਦਾ ਸੱਦਾ ਵਾ ਇਹ ਆਲਰੇਡੀ ਕਿਸਾਨਾਂ ਨੇ ਪਹਿਲਾਂ ਦਿੱਤਾ ਵਾ। ਅੱਜ ਸਾਡੇ ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਆ ਕਿ 25 ਨੂੰ ਬੰਦ ਕਰਨਾ ਤਗੜੇ ਹੋ ਕੇ। ਉਹ ਤੇ ਆਲਰੇਡੀ ਪ੍ਰੋਗਰਾਮ ਲਿਖੇ ਆ, ਤੁਸੀਂ ਕੋਈ ਸੇਧ ਦਿਓ ਉਹਨਾਂ ਨੂੰ, ਉਹਨਾਂ ਵਾਸਤੇ ਕੁਛ ਕਰੋ, ਕਰਕੇ ਵਿਖਾਓ। ਮੈਨੂੰ ਚੇਤਾ ਵਾ ਕਿ ਮੈਂ ਨਿੱਕਾ ਹੁੰਦਾ ਸੀ ਜਦੋਂ, ਤਾਂ ਉਦੋਂ ਇੱਕੋ ਗੱਲ ਸਾਡੇ ਘਰ 'ਚ ਹੁੰਦੀ ਕਿ ਮਤਲਬ ਅਸੀਂ ਪੰਥ ਨੂੰ ਵੋਟ ਪਾਉਣੀ ਆ, ਤਕੜੀ ਨੂੰ ਵੋਟ ਪਾਉਣੀ ਆ। ਮੈਨੂੰ ਨਹੀਂ ਪਤਾ ਵੀ ਅੱਜ ਤੱਕ ਸਾਨੂੰ ਕੀ ਦਿੱਤਾ ਇਸ ਚੀਜ਼ ਨੇ। ਸਾਨੂੰ ਮਜਬੂਰੀਆਂ ਕਾਰਨ ਬਾਹਰ ਆਉਣਾ ਪਿਆ। ਕਿਉਂ ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਕੇ, ਠੀਕ ਆ ਅੱਜ ਬੜੀ ਬਖਸ਼ਿਸ਼ ਆ ਵਾਹਿਗੁਰੂ ਦੀ, ਟਾਈਮ ਲੱਗਾ ਵਾ, 40 ਸਾਲ ਹੋ ਗਏ ਬਾਹਰ ਆਇਆਂ ਨੂੰ, ਆਪਣੀ ਮਿਹਨਤ ਕੀਤੀ ਆ, ਪੈਰਾਂ ਦੇ ਖਲੋਤੇ ਆ। ਪਰ ਸਾਨੂੰ ਉਹ ਵੀ ਦਿਨ ਚੇਤੇ ਆ ਜਦੋਂ ਕਿ ਅਸੀਂ ਰੈਸਟੋਰੈਂਟ ਦੇ ਭਾਂਡੇ ਮਾਂਜ ਕੇ ਆਪਣਾ ਗੁਜ਼ਾਰਾ ਕੀਤਾ ਵਾ। ਸਾਨੂੰ ਉੱਥੋਂ ਦੇ ਹਾਲਾਤਾਂ ਨੇ ਤੰਗ ਕੀਤਾ, ਸਾਡੀਆਂ ਗੌਰਮੈਂਟਾਂ ਨੇ ਤੰਗ ਕੀਤਾ, ਸਾਡੇ ਲੀਡਰਾਂ ਨੇ ਤੰਗ ਕੀਤਾ। ਉਹਨਾਂ ਨੂੰ ਇਸ ਚੀਜ਼ ਤੇ ਜ਼ਰੂਰ ਪੈਣਾ ਦੇਣਾ ਪਊਗਾ। ਅੱਜ ਜੇ ਸਰਦਾਰ ਸੁਖਬੀਰ ਸਿੰਘ ਹੋਰੀ ਬਾਦਲ ਇਸ ਬੰਦ ਦੇ ਵਿੱਚ ਅੱਗੇ ਲੱਗੇ ਨੇ ਤੇ ਇਹਨਾਂ ਨੂੰ 3 ਮਹੀਨੇ ਪਹਿਲਾਂ ਲੱਗਣਾ ਚਾਹੀਦਾ ਸੀ। ਜਿੱਦਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਮੈਂ ਇਹਨਾਂ ਦੀਆਂ ਪਹਿਲਾਂ ਵੀ ਸੁਣਦਾ ਰਿਹਾ, ਇਹਨਾਂ ਦੀਆਂ ਭਾਸ਼ਣ ਸੁਣਦਾ ਰਿਹਾ ਵਾਂ, ਇਹਨਾਂ ਦੀ ਨਿਊਜ਼ ਸੁਣਦਾ ਰਿਹਾ ਵਾਂ। ਸਾਡੇ ਬੜੇ ਪੰਜਾਬੀ ਚੈਨਲ ਇੱਥੇ ਚੱਲਦੇ ਆ, ਹਰ ਚੈਨਲ ਤੇ ਸੁਖਬੀਰ ਸਿੰਘ ਜੀ ਹੁੰਦੇ ਆ। ਉਦੋਂ ਚੈਨਲ ਆਵਾਜ਼ ਹੋਰ ਸੀ, ਅੱਜ ਹੋ ਰਿਹਾ। ਅੱਜ ਕਹਿੰਦੇ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ। ਸੁਖਬੀਰ ਸਿੰਘ ਜੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਸੀਂ ਸ਼ੁਰੂ ਤੋਂ ਆਵਾਜ਼ ਉਠਾਉਂਦੇ ਰਹਿੰਦੇ ਨਾ, ਬਾਦਲ ਸਾਹਿਬ 5 ਵਾਰ CM ਰਹੇ ਆ, ਇਹ ਲੋਕਾਂ ਨੇ ਬਣਾਏ ਪੰਜਾਬ ਨੇ, ਇਹ ਤੁਹਾਡੀ ਬਾਦਲ ਪਰਿਵਾਰ ਦੀ ਕੋਈ ਦੇਣ ਨਹੀਂ ਇਸ 'ਚ, ਇਹ ਲੋਕਾਂ ਦੀ ਦੇਣ ਆ। ਜੇ ਕੈਪਟਨ ਸਾਹਿਬ 2 ਵਾਰ ਬਣੇ ਆ ਮੁੱਖ ਮੰਤਰੀ ਤਾਂ ਉਹ ਵੀ ਪੰਜਾਬ ਦੀ ਦੇਣ ਆ। ਸੋ ਇਹਨਾਂ ਤੋਂ ਇਹਨਾਂ ਨੂੰ ਬੜੀ ਆਸ ਹੁੰਦੀ ਆ ਕਿ ਤੁਸੀਂ ਇਹਨਾਂ ਲੋਕਾਂ ਦਾ ਕੋਈ ਸੋਚੋ। ਕੁਛ ਨਹੀਂ ਸੋਚਿਆ, ਜੋ ਸੈਂਟਰ ਗਵਰਨਮੈਂਟ ਕਰਦੀ ਆ ਤੁਸੀਂ ਮਜੇ ਨਾਲ ਬਿੱਲ ਪਾਸ ਕਰੀ ਜਾਂਦੇ ਜੇ। ਹਮੇਸ਼ਾ ਧਰਮਾਸੀ ਮਿਲਦੇ ਨੇ, ਜਦੋਂ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਉਦੋਂ ਵਾਅਦੇ ਕੁਝ ਹੋਰ ਹੁੰਦੇ ਨੇ, ਜਦੋਂ ਸੱਤਾ ਹਾਸਲ ਕਰ ਲਈ ਜਾਂਦੀ ਹੈ ਉਦੋਂ ਆਵਾਜ਼ ਬਦਲ ਜਾਂਦੀ ਹੈ। ਜਸਵੰਤ ਜੀ, ਪਾਰਟੀਆਂ ਲਈ ਤਾਂ ਇਹ ਬੜਾ ਵਧੀਆ ਮੌਕਾ ਵੀ ਕਹਾਂਗਾ, ਕਿਉਂਕਿ 2022 ਦੀ ਚੋਣਾਂ ਸਮੇਂ ਵੱਖ-ਵੱਖ ਪਾਰਟੀਆਂ ਨੂੰ ਮੁੱਦੇ ਵੀ ਚਾਹੀਦੇ ਨੇ, ਅਤੇ ਨਾਲ ਹੀ ਇਹ ਦੱਸਣ ਦਾ ਮੌਕਾ ਵੀ ਕਿ ਜਦੋਂ ਕਿਸਾਨਾਂ ਦਾ 2020 ਵਿੱਚ ਸੰਘਰਸ਼ ਹੋਇਆ ਸੀ ਤਾਂ ਮੈਂ ਵੀ ਕਿਸਾਨਾਂ ਨਾਲ ਹੱਥ ਜੋੜ ਕੇ ਖੜਾ ਸੀ। ਸੋ ਇਹ ਹੱਥ ਜਿਹੜੇ ਜੁੜਨਗੇ ਇਹ 2022 ਵਿੱਚ ਵੀ ਦਿਖਾਏ ਜਾਣਗੇ। ਕੀ ਕਹੋਗੇ ਜਸਵੰਤ ਜੀ? ਬਹੁਤ ਘੱਟ ਸਮੇਂ ਵਿੱਚ ਮੈਂ ਤੁਹਾਡਾ ਜਵਾਬ ਚਾਹਾਂਗਾ। ਜੀ ਵਰਮਾਨੀ ਸਾਹਿਬ, ਇਹ ਤੁਹਾਡੇ ਨਾਲ ਸਵਾਲ ਦੇ ਨਾਲ ਜਿਹੜਾ ਤੁਸੀਂ ਕੀਤਾ ਕਿ ਕਿਸਾਨਾਂ ਦੀ ਕਿਸਮਤ ਕਿਉਂ ਨਹੀਂ ਰਹੀ, ਮੈਂ ਉਹਦੇ ਬਾਰੇ ਇੱਕ ਛੋਟੀ ਜਿਹੀ ਟਿੱਪਣੀ ਕਰਨੀ ਚਾਹੁੰਦਾ ਜੀ। ਉਹ ਸ਼ਾਇਦ ਕਿਸੇ ਨੂੰ ਚੰਗੀ ਨਾ ਲੱਗੇ। ਅਸਲੀਅਤ ਇਹ ਆ ਕਿ ਜਿਹੜਾ ਇੰਡੀਆ ਆ ਉਹਦੇ ਵਿੱਚ ਬੇਸਿਕਲੀ ਜਿਹੜਾ ਕਾਨੂੰਨ ਚੱਲਦਾ ਨਾ ਉਹ ਮਨੂਵਾਦੀ ਕਾਨੂੰਨ ਆ ਜੀ। ਮਨੂਵਾਦੀ ਕਾਨੂੰਨ ਦੇ ਅਨੁਸਾਰ ਜਿਹੜੇ ਸੋ ਕਾਲਡ ਸਵਰਨ ਜਾਤੀ ਲੋਕ ਆ ਉਹਨਾਂ ਦੇ ਧੰਦਿਆਂ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ ਜਾਂਦੀ, ਉਹਨਾਂ ਨੂੰ ਹਮੇਸ਼ਾ ਮੁਨਾਫਾ ਜਾਂਦਾ। ਕਿਸਾਨ ਹੈ, ਕਿਸਾਨ ਕੇ ਦਲਿਤਾਂ ਚ ਆਉਂਦਾ, ਉਹ ਵੱਖਰੀ ਗੱਲ ਹੈ ਵੀ ਉਹਨੂੰ ਜਨਰਲ ਕੈਟਾਗਰੀ ਚ ਕਰ ਦਿੱਤਾ ਗਿਆ, ਉਹਨੂੰ ਇਹ ਮਤਲਬ ਮਹਿਸੂਸ ਕਰਾਤਾ ਗਿਆ ਕਿ ਤੂੰ ਹਾਈ ਕਲਾਸ ਚੋਂ ਹੈ ਤੇ ਤੂੰ ਦੂਜੀਆਂ ਕੌਮਾਂ ਨੂੰ, ਦੂਜੀਆਂ ਜਿਹੜੀਆਂ ਕੰਮ ਕਰਨ ਵਾਲੇ ਲੋਕ ਆ ਜਿਨ੍ਹਾਂ ਨੂੰ ਕਹਿ ਕੇ ਸਿੱਖ ਗੁਰੂਆਂ ਸਿੱਖਾ ਵੀ ਤੂੰ ਉਹਨਾਂ ਨੂੰ ਨਫ਼ਰਤ ਕਰ ਸਕਦਾ ਹੈ। ਹਾਲਾਂਕਿ ਜਿਹੜੀ ਮਨੂਵਾਦੀ ਕਿਤਾਬ ਹੈ ਉਹਦੇ ਅਨੁਸਾਰ ਇਹ ਹੈ ਕਿ ਜੇ ਬ੍ਰਾਹਮਣ, ਬਾਣੀਆਂ, ਖੱਤਰੀ ਵਰਗ ਨੇ, ਜਿਹੜੀਆਂ ਸੋ ਕਾਲਡ ਜਾਤੀ ਕਲਾਸਾਂ ਜਿਹੜੇ ਕਿ ਹਿੰਦੂਆਂ ਦੇ ਵਿੱਚ ਸਿਰਫ 15% ਆ, ਜੇਕਰ ਇਹਨਾਂ ਨੇ ਰਾਜ ਕਰਨਾ ਤਾਂ ਜਿਹੜੀ ਬਾਕੀ ਦੀ 20% ਜਨਤਾ ਹੈ, ਭਾਵ ਕਿ ਜਿਹੜਾ ਦਗਾ ਹਿੰਦੂਆਂ ਦੇ ਵਿੱਚ ਔਰ ਨਾਲ ਦੀ ਨਾਲ ਮਾਈਨੋਰਟੀਜ਼ ਆ, ਸਿੱਖ ਹੈ, ਮੁਸਲਮਾਨ ਆ, ਕ੍ਰਿਸਚਨ ਆ, ਬੋਧੀ ਜਾਨੀ ਆ, ਇਹਨਾਂ ਨੂੰ ਜਦ ਤੁਸੀਂ ਗੁਲਾਮ ਰੱਖਣਾ ਤਾਂ ਇਹਨਾਂ ਨੂੰ ਗਰੀਬ ਰੱਖਣਾ ਬਹੁਤ ਜ਼ਰੂਰੀ ਆ। ਹੁਣ ਇਹ ਅਕਸਰ ਸਵਾਲ ਜਿਹੜਾ ਉਹ ਆਪਣੇ ਸਾਹਮਣੇ ਆਉਂਦਾ ਹੈ, ਕਿਸਾਨਾਂ ਦੇ ਨਾਲ ਧੱਕਾ ਕਿਉਂ ਹੁੰਦਾ, ਕਿਸਾਨ ਹੀ ਤੁਹਾਨੂੰ ਪੱਗਾਂ ਹੀ ਸੰਘਰਸ਼ ਕਰਦੀਆਂ ਪੰਜਾਬ ਦੇ ਵਿੱਚ ਨਜ਼ਰ ਕਿਉਂ ਆਉਂਦੀ, ਜਾਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਉਹ ਰੁਲਦਾ ਨਜ਼ਰ ਕਿਉਂ ਆਉਂਦਾ? ਕਿਉਂਕਿ ਕਿਸਾਨ ਜਿਹੜਾ ਉਹ ਦਲਿਤ ਆ। ਇਹ ਗੱਲ ਮੰਨਣੀ ਪਊਗੀ, ਇਹ ਗੱਲ ਸਾਨੂੰ ਕਲੀਅਰ ਕਰਨੀ ਪਊਗੀ। ਸਾਡੇ ਵਿਦਵਾਨਾਂ ਨੂੰ ਇਹ ਗੱਲ ਕਦੇ ਸਾਹਮਣੇ ਨਹੀਂ ਲਿਆਉਂਦੇ ਵਿਦਵਾਨ ਸਾਡੇ, ਕਿਉਂ? ਜਾਂ ਤਾਂ ਸੰਗ ਲੱਗਦੀ ਹੈ ਹੋਰ ਓਲਾ ਇਹਨਾਂ ਨੂੰ ਇਹ ਗੱਲ ਕਲੀਅਰ ਕਰੀ ਕਿ ਕਿਸਾਨ ਦੀ ਦੁਰਦਸ਼ਾ ਦਾ ਵੱਡਾ ਕਾਰਨ ਇਹ ਆ ਕਿ ਉਹ ਦਲਿਤ ਆ, ਚਾਹੇ ਉਹ ਪੰਜਾਬ ਦਾ ਜੱਟ ਹੈ, ਇਹੀ ਕਾਰਨ ਹੈ, ਇਹੀ ਗੱਲ ਉਹ ਜਾਤ ਨਾਲ ਸੰਬੰਧਿਤ ਹੈ। ਖਤਮ ਨਹੀਂ ਹੋ ਰਹੀ, ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ। ਜਿਹੜਾ ਕਿਸਾਨ ਹੈਗਾ ਪਹਿਲਾਂ ਵੀ ਉੱਥੇ ਖੜਾ ਸੀ ਔਰ ਅੱਜ ਵੀ ਉੱਥੇ ਖੜਾ ਹੈ, ਪਹਿਲਾਂ ਵੀ ਸੰਘਰਸ਼ ਕਰ ਰਿਹਾ ਸੀ, ਅੱਜ ਵੀ ਸੰਘਰਸ਼ ਕਰ ਰਿਹਾ, ਔਰ ਆਉਣ ਵਾਲਾ ਸਮਾਂ ਕੀ ਹੋਏਗਾ ਇਹ ਕਹਿਣਾ ਹਾਲੇ ਬਹੁਤ ਔਖਾ ਹੋਏਗਾ, ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਨੇ ਉਹ ਭਰੋਸੇ ਦਾ ਜ਼ਰੂਰ ਦਿੰਦੀਆਂ ਨੇ ਪਰ ਭਰੋਸੇ ਤੇ ਖਰਾ ਨਹੀਂ ਉਤਰਦੀਆਂ। ਮੈਂ ਇੱਥੇ ਮਾਫੀ ਚਾਹਾਂਗਾ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈਗਾ। ਸਮਾਂ ਇਹ ਮੁੱਦਾ ਐਸਾ ਹੈਗਾ, ਅਸੀਂ ਘੱਟੋ ਘੱਟ ਅਸੀਂ 3 ਘੰਟੇ ਵੀ ਰੱਖ ਲਾਂ, ਮੈਨੂੰ ਲੱਗਦਾ ਕਿ ਇਹ ਸਾਡੇ ਜਿਹੜੇ ਮੇਰੇ ਸਵਾਲ ਜਿਹੜੇ ਨੇ ਉਹ ਖਤਮ ਨਹੀਂ ਹੋਣਗੇ, ਜਿਹੜੀ ਤੁਹਾਡੀਆਂ ਨੇ ਉਹ ਤੁਹਾਡੀਆਂ ਖਤਮ ਨਹੀਂ ਹੋਣਗੀਆਂ ਜੀ। मैं एक सेकंड चाहवागा केवल मैं
ਜੀ ਮੈਂ ਜੀ ਇੱਕ ਸੈਕਿੰਡ ਚਾਹਾਂਗਾ ਕਿ ਤੁਸੀਂ ਜਿਹੜਾ ਕਿਹਾ ਨਾ ਕਿ ਕਿਸਾਨਾਂ ਨਾਲ ਕੀ ਹੋਏਗਾ, 2015 ਵਿੱਚ ਮੋਦੀ ਸਰਕਾਰ ਆਰਡੀਨੈਂਸ ਲੈ ਕੇ ਆਈ ਸੀ, ਸਾਰੇ ਇਕੱਠੇ ਹੋਏ ਸੀ, ਆਰਡੀਨੈਂਸ ਵਾਪਸ ਕੀਤਾ। 2018 ਜਿਹੜੇ ਤੁਸੀਂ ਕਿਹਾ ਦਿੱਲੀ ਜੰਤਰ ਮੰਤਰ 3 ਲੱਖ ਕਿਸਾਨ 4 ਲੱਖ ਕਿਸਾਨ ਆਏ ਸੀਗੇ, ਉਹਨਾਂ ਨੇ ਉਸ ਵੇਲੇ ਡਰ ਕੇ 6000 ਰੁਪਏ ਉਹਨਾਂ ਨੇ ਤੈਅ ਕਰ ਲਿਆ। ਜੇ ਕਿਸਾਨ ਇਕੱਠਾ ਹੋਏਗਾ ਐਤਕੀ ਵੀ ਬਿੱਲ ਵਾਪਸ ਹੋਣਗੇ ਹੀ ਹੋਣਗੇ। ਚਲੋ ਇਹ ਵੀ ਬਿਲਕੁਲ ਹੋਣਗੇ, ਤੇ ਜੇਕਰ ਹੋਏ ਤਾਂ ਇੱਕ ਵਾਰੀ ਫਿਰ ਅਸੀਂ ਇੱਥੇ ਇਕੱਠੇ ਬੈਠਾਂਗੇ ਔਰ ਤੁਹਾਡੀ ਜਿੱਤ ਦਾ ਸਿਹਰਾ ਵੀ ਤੁਹਾਨੂੰ ਅਸੀਂ ਦੇਵਾਂਗੇ। ਫਿਲਹਾਲ ਬਹੁਤ ਬਹੁਤ ਸ਼ੁਕਰੀਆ VM ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਦਵਿੰਦਰ ਸਿੰਘ ਗੋਬਰਾ ਜੀ, ਔਰ ਬਹੁਤ ਬਹੁਤ ਸ਼ੁਕਰੀਆ ਜਸਵੰਤ ਸਿੰਘ ਸ਼ਾਹ ਸਾਹਿਬ, ਕਿਉਂਕਿ ਤੁਹਾਡੇ ਤਿੰਨਾਂ ਦੇ ਜਿਹੜੇ ਨਜ਼ਰੀਆ ਸੀਗਾ ਅੱਜ ਜਾਣਨਾ ਬੜਾ ਜ਼ਰੂਰੀ ਸੀਗਾ ਕਿ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਦੀ ਕੀ ਸੋਚ ਹੈ, ਅਤੇ ਨਾਲ ਹੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਆਖਰ ਕਿੰਨਾ ਗੁੱਸਾ ਉਹਨਾਂ ਵਿੱਚ ਹੈਗਾ, ਅੱਜ ਲੋਕਾਂ ਦੇ ਸਾਹਮਣੇ ਆਉਣਾ ਬੇहद ਜ਼ਰੂਰੀ ਸੀ। ਸੋ ਇਸੇ ਕਰਕੇ ਕਿਸਾਨਾਂ ਦਾ ਹੱਕ ਇੱਥੇ ਰੱਖ ਅਸੀਂ ਇਹ ਨਜ਼ਰੀਆ ਜਿਹੜਾ ਹੈਗਾ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ। ਜੇਕਰ ਤੁਸੀਂ ਕੋਈ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਆਪਣੇ ਸਾਨੂੰ ਵਿਚਾਰ ਭੇਜ ਸਕਦੇ ਹੋ। ਸਾਡਾ ਈਮੇਲ ਪਤਾ ਹੈਗਾ info@cktimetv.com, ਅਤੇ ਮੇਰਾ WhatsApp ਨੰਬਰ ਹੈ, ਤੁਸੀਂ WhatsApp ਰਾਹੀਂ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 2753038, ਅਤੇ ਮੇਰਾ Facebook ਪੇਜ ਹੈ @bhalinder official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ। ਧੰਨਵਾਦ।